ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਸਤਿਗੁਰ ਹਰਗੋਬਿੰਦ ਚੰਦ ਪਸਰੀ ਕੀਰਤ ਜੋਨ ਮਨਿੰਦ। ਸ਼੍ਰੀ ਸਤਿਗੁਰ ਹਰਗੋਬਿੰਦ ਚੰਦ ਪਸਰੀ ਕੀਰਤ ਜੋਨ ਆਨੰਦ। ਧੰਨ ਧੰਨ ਭਾਖਤ ਗੇ ਦੇਸ਼ ਭੇ ਨਰੇਸ਼ ਲੈ ਰਾਜ ਅਸ਼ੇਸ਼। ਸ਼੍ਰੀ ਸਤਿਗੁਰ ਹਰਗੋਬਿੰਦ ਚੰਦ ਪਸਰੀ ਕੀਰਤ ਜੋਨ ਮਨਿੰਦ। ਧੰਨ ਧੰਨ ਭਾਖਤ ਗੇ ਦੇਸ਼ ਭੇ ਨਰੇਸ਼ ਲੈ ਰਾਜ ਅਸ਼ੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ
ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਵਡਭਾਗੇ ਹਾਂ ਜੋ ਕਲਯੁਗ ਦੇ ਅੰਦਰ ਦੁਰਲੱਭ ਪ੍ਰਾਪਤ ਹੋਣ ਵਾਲੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਦਰੋਂ ਕਰੋਂ ਵਰਸਾਈ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਦ, ਵਰਨ ਹੈ ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਪਿਛਲੇ ਸਮੇਂ ਤੋਂ ਲੜੀਵਾਰ ਰੂਪ ਅੰਦਰ ਚੱਲ ਰਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਮਹਾਨ ਕ੍ਰਿਤ ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਕਰੀਬ 20 ਸਾਲ ਦਾ ਸਮਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਸਿਫਤ ਸਲਾਘਾ ਵਿੱਚ ਇਹ ਮਹਾਨ ਕਾਰਜ ਕੀਤਾ, ਜਿਸ ਗ੍ਰੰਥ ਦੀ ਕਥਾ ਆਪਾਂ ਲੜੀਵਾਰ ਰੂਪ ਅੰਦਰ ਸ਼ਰਵਣ ਕਰ ਰਹੇ ਹਾਂ। ਔਰ ਜਥਾ ਪ੍ਰਸੰਗ ਪਿੱਛੇ ਦੀਵਾਨ ਵਿੱਚ ਆਪਾਂ ਸ਼ਰਵਣ ਕੀਤਾ ਕਿ ਚੰਦੂ ਪਾਪੀ ਨੇ ਚਲਾਕੀ ਦੇ ਨਾਲ ਬਾਦਸ਼ਾਹ ਨੂੰ ਨਜ਼ੂਮੀ ਆਦ ਤੋਂ ਭਰਮਾ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ ਸੀ। ਇੱਧਰ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਨੇ ਗਵਾਲੀਅਰ ਪਹੁੰਚਣਾ, ਬੇਅੰਤ ਸੰਗਤਾਂ ਗਵਾਲੀਅਰ ਦੇ ਕਿਲ੍ਹੇ ਦੀਆਂ ਪਰਿਕਰਮਾ ਕਰਦੀਆਂ ਔਰ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਜਿੱਥੇ ਸਿੱਖਾਂ ਨੂੰ ਸੁਖ ਬਖਸ਼ਿਸ਼ ਕੀਤਾ, ਉੱਥੇ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਕੈਦ 52 ਰਾਜੇ, ਜਿਨ੍ਹਾਂ ਨੂੰ ਮਹਾਰਾਜ ਨੇ ਮਹਾਨ ਬਖਸ਼ਾਂ ਸੁਖ ਦਿੱਤਾ ਹੈ। ਕੁਝ ਸਮੇਂ ਬਾਅਦ ਹੀ ਜਦੋਂ ਸਾਈਂ ਮੀਆਂ ਮੀਰ ਵਰਗੇ ਮਹਾਨ ਫਕੀਰ ਜਹਾਂਗੀਰ ਨੂੰ ਮਿਲਣ ਆਏ ਅਤੇ ਦੱਸਿਆ ਕਿ ਅੱਲਾ ਨੂੰ ਤੈਂ ਜਿਹੜਾ ਹੈ ਗਵਾਲੀਅਰ ਦੇ ਕਿਲ੍ਹੇ ਵਿੱਚ ਰੱਖਿਆ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਸਧਾਰਨ ਆਮ ਮਨੁੱਖ ਨਹੀਂ ਰਾਜਨ, ਤੈਨੂੰ ਚਾਹੀਦਾ ਜਿੰਨੀ ਛੇਤੀ ਇਹਨਾਂ ਦੇ ਚਰਨੀ ਲੱਗ ਜਾਵੇਂ ਓਨਾ ਹੀ ਭਲਾ ਹੈ। ਨਾਲ ਹੀ ਵਜ਼ੀਰ ਖਾਂ ਨੂੰ ਭੇਜ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਕੇ ਆਓ ਛੇਤੀ ਦੇ ਨਾਲ ਦਿੱਲੀ। ਉਧਰ ਸਾਧ ਸੰਗਤ ਜੀ ਜਦੋਂ ਗਵਾਲੀਅਰ ਕਿਲ੍ਹੇ ਵਿੱਚ ਇਹ ਖਬਰਾਂ ਹੋਈਆਂ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਇੱਥੋਂ ਲੈ ਚੱਲਿਆ ਹੈ। 52 ਰਾਜੇ ਮਹਾਰਾਜ ਦੇ ਚਰਨ ਫੜ ਕੇ ਮੂੰਹ ਵਿੱਚ ਘਾਹ ਲੈ ਕੇ ਤਰਲੇ ਪਾਉਣ ਲੱਗੇ, ਹੇ ਗਰੀਬ ਨਵਾਜ, ਜੇ ਅੱਜ ਤੁਸੀਂ ਸਾਨੂੰ ਛੱਡ ਗਏ ਅਤੇ ਸਾਡੀ ਬਾਤ ਮਹਾਰਾਜ ਕਿਹਨੇ ਸੁਣਨੀ ਹੈ। ਸਾਨੂੰ ਅੱਗੇ ਕਈ ਵਰ੍ਹੇ ਲੰਘ ਗਏ ਇੱਥੇ ਨਰਕ ਕੱਟਦਿਆਂ ਨੂੰ, ਤੁਸੀਂ ਇੱਥੇ ਆਏ ਹੋ ਰੱਜ ਕੇ ਪ੍ਰਸ਼ਾਦਾ ਭੋਜਨ ਕੜਾਹ ਪ੍ਰਸ਼ਾਦ ਦੀਆਂ ਦੇਗਾਂ 2 ਵੇਲੇ ਵਰਤਦੀਆਂ। ਮਹਾਰਾਜ ਸਾਡੀ ਕੈਦ ਨਹੀਂ ਰਹੀ, ਮਹਾਰਾਜ ਆਪ ਜੀਆਂ ਬੜੀ ਦਇਆ ਕੀਤੀ ਅਤੇ ਕਿਰਪਾ ਕਰੋ ਮਹਾਰਾਜ, ਸਾਡਾ ਜ਼ਰੂਰ ਖਿਆਲ ਰੱਖੋ। ਇਹਨਾਂ ਦੀਆਂ ਫਰਿਆਦਾਂ ਸੁਣ ਕੇ ਮਹਾਰਾਜ ਨੇ ਵਜ਼ੀਰ ਖਾਂ ਨੂੰ ਆਖਿਆ ਕਿ ਆਪਦੇ ਰਾਜਨ ਨੂੰ ਕਹਿ ਦੇ ਜਹਾਂਗੀਰ ਨੂੰ ਵੀ ਜਾਂ ਤਾਂ ਆਵਾਂਗੇ ਬਾਹਰ ਵੀ ਇਹ 52 ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ। ਤੋ ਉਹਨੇ ਬੜਾ ਔਖਾ ਜਿਹਾ ਹੋਇਆ। ਵਜ਼ੀਰ ਖਾਂ ਇਹ ਗੱਲ ਸੁਣ ਕਰਕੇ ਆਖਿਆ ਪਾਤਸ਼ਾਹ ਇਹ ਕਾਰਜ ਹੋ ਨਹੀਂ ਸਕਦਾ, ਫਿਰ ਵੀ ਮੈਂ ਬਾਦਸ਼ਾਹ ਨੂੰ ਕਹਾਂਗਾ ਜ਼ਰੂਰ। ਇਹ ਵਜ਼ੀਰ ਖਾਂ ਫਿਰ ਦਿੱਲੀ ਪਹੁੰਚਿਆ ਸੀ ਜਹਾਂਗੀਰ ਦੇ ਪਾਸ। ਜਹਾਂਗੀਰ ਬਾਦਸ਼ਾਹ ਨੂੰ ਸਾਰੀ ਗੱਲ ਦੱਸੀ। ਬਾਦਸ਼ਾਹ ਲੋਕ ਚੁਸਤ ਹੁੰਦੇ ਹੈ, ਇਹਨਾਂ ਆਖਿਆ ਵੀ ਗੱਲ ਵੀ ਮੰਨ ਲਈਏ ਮਹਾਰਾਜ ਦੀ, ਅਤੇ ਰਾਜੇ ਵੀ ਬਾਹਰ ਨਾ ਨਿਕਲਣ। ਜਾ ਕੇ ਕਹਿ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਰਾਜੇ ਤੁਹਾਡਾ ਪੱਲਾ ਪਕੜ ਕੇ ਬਾਹਰ ਆ ਜਾਣ ਚੋਲੇ ਦਾ, ਉਹ ਛੱਡ ਦਿਆਂਗੇ ਅਤੇ ਬਾਕੀ ਉੱਥੇ ਹੀ ਰਹਿਣਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਵਜ਼ੀਰ ਖਾਂ ਜਾ ਦੱਸਿਆ, ਸੱਚੇ ਪਾਤਸ਼ਾਹ ਮਹਾਰਾਜ ਦੀਨਾ ਬੰਧੂ ਜੀਆਂ ਬਾਬਾ
ਜੇਠਾ ਜੀ ਨੂੰ ਭੇਜਿਆ ਤੇ 50 ਕਲੀਆਂ ਵਾਲਾ ਚੋਲਾ ਖਾਲਸਾ ਜੀ ਤਿਆਰ ਕੀਤਾ ਗਿਆ। ਉਹ 50 ਕਲੀਏ ਚੋਲੇ ਮਹਾਰਾਜ ਨੇ ਪਹਿਨੇ ਪੁਸ਼ਾਕੇ ਅੰਮ੍ਰਿਤ ਵੇਲੇ ਸੀਸ ਤੇ ਸੁੰਦਰ ਦਮਾਲੇ ਝੁਲਾਏ, ਜਗ੍ਹਾ ਕਲਗੀਆਂ ਸ਼ੋਭਦੀਆਂ ਮਹਾਰਾਜ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਐਨ ਦਗ ਦਗ ਕਰਦਾ ਹਜ਼ੂਰ ਦਾ ਚਿਹਰਾ ਹੈ। ਤੇ ਇਹ 52 ਰਾਜੇ ਮਹਾਰਾਜ ਦੇ ਪਾਸ ਪਹੁੰਚੇ। ਸਤਿਗੁਰਾਂ ਨੇ ਸਾਰਿਆਂ ਨੂੰ ਹੁਕਮ ਕਰ ਦਿੱਤਾ ਵੀ ਲਓ ਇੱਕ ਇੱਕ ਪੱਲਾ ਪਕੜ ਲਓ। 50 ਕਲੀਆਂ ਸਨ ਚੋਲੇ ਦੀਆਂ। ਉਹ ਕਢਾਣੀ ਨਗਰ ਵਿੱਚ ਲੁਧਿਆਣੇ ਜ਼ਿਲ੍ਹੇ ਵਿੱਚ ਅੱਜ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਸੁੰਦਰ ਯਾਦ ਵਿੱਚ ਗੁਰਧਾਮ ਚੋਲਾ ਸਾਹਿਬ ਬਣਿਆ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚੋਲਾ ਸੁੰਦਰ ਪਿਆ ਹੈ। ਦਾਸ ਨੇ ਵੀ ਦਰਸ਼ਨ ਕੀਤੇ ਉਹਦੇ। 50 ਕਲੀਆ ਉਹ ਚੋਲਾ ਹੈ। ਤੇ 2 ਰਾਜੇ ਰਹਿ ਗਏ ਸਨ ਕਲੀਆਂ ਫੜਨੋਂ। ਜਦੋਂ 2 ਰਾਜੇ ਰਹਿ ਗਏ ਨਾ ਤੇ ਨੇਤਰਾਂ 'ਚੋਂ ਜਲ ਕੇਰਦੇ ਵੀ ਹਾਏ ਸਾਨੂੰ ਕੌਣ ਲੈ ਕੇ ਜਾਏਗਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੁਰਨ ਲੱਗਿਆ ਨਾ ਸੱਚੇ ਪਾਤਸ਼ਾਹ ਜੀਆਂ ਜਿਹੜੇ ਗੋਦਾਮਾਂ ਬਟਨਾਂ ਦੀ ਥਾਂ 'ਤੇ ਉਹਨਾਂ ਸਮਿਆਂ ਵਿੱਚ ਤਣੀਆਂ ਸਨ, ਮਹਾਰਾਜ ਨੇ ਦੋਵੇਂ ਤਣੀਆਂ ਖੋਲ੍ਹ ਦਿੱਤੀਆਂ। ਉਹ ਦੋਵੇਂ ਤਣੀਆਂ ਫੜ ਕੇ 2 ਹੋਰ ਰਾਜੇ 52 ਹੋ ਗਏ ਅਤੇ ਕਿਲ੍ਹੇ 'ਚੋਂ ਬਾਹਰ ਨਿਕਲੇ ਆਉਂਦੇ ਹੈ। ਕਹਿੰਦੇ ਹੈ ਜਿਵੇਂ ਬੇਅੰਤ ਅਮੀਰੀ ਨੂੰ ਗਰੀਬੀ ਨੇ ਘੇਰਾ ਪਾਇਆ ਹੋਵੇ, ਚੰਦਰਮਾ ਦੇ ਉਦਾਲੇ ਜਿਵੇਂ ਪੁਰਵਾਲ ਹੁੰਦਾ ਹੈ, ਫੁੱਲ ਦੇ ਉਦਾਲੇ ਜਿਵੇਂ ਭੌਰੇ ਮੰਡਰਾਉਂਦੇ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਵਿਚਕਾਰ ਹਨ। ਅਤੇ 4 ਚਫੇਰੇ ਚੋਲੇ ਫੜੇ ਹੋਏ ਗਰੀਬ ਕੰਗਾਲ ਰਾਜੇ ਕੈਦੀ ਮਹਾਰਾਜ ਦੇ ਚਫੇਰੇ ਇਉਂ ਆ ਜਿਵੇਂ ਗੁੰਦੇ ਹੋਏ ਹੋਣ। ਮਹਾਰਾਜ ਦਰਸ਼ਨੀ ਡਿਊੜੀ 'ਚੋਂ ਬਾਹਰ ਨਿਕਲੇ। ਖਬਰਾਂ ਹੋਈਆਂ ਗਵਾਲੀਅਰ ਦੇ ਲਾਗੇ ਤਾਗੇ ਸਿੱਖਾਂ ਨੇ ਮਹਾਰਾਜ ਦੇ ਦਰਸ਼ਨ ਕਰਨ ਆਉਣਾ ਹੀ ਸੀ। ਬੇਅੰਤ ਦੂਰ ਨੇੜੇ ਤੋਂ ਖਾਲਸਾ ਜੀ ਗੈਰ ਸਿੱਖ ਵੀ ਮਹਾਰਾਜ ਦੇ ਦਰਸ਼ਨ ਕਰਨ ਆਏ। ਕੌਣ ਹੈ ਜਿਹੜਾ ਇਸ ਸਮੇਂ ਦੇ ਅੰਦਰ ਜਰਵਾਣੇ ਜਹਾਂਗੀਰ ਦੇ ਅੱਗੇ ਸਿਰ ਚੁੱਕ ਸਕਦਾ ਹੈ? ਕੌਣ ਹੈ 52 ਰਾਜਿਆਂ ਨੂੰ ਛਡਾਉਣ ਵਾਲਾ? ਜਰਾ ਦਰਸ਼ਨ ਕਰੀਏ। ਬੇਅੰਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਇੱਥੋਂ ਮਹਾਰਾਜ ਆਪ ਬਾਬਾ ਬੁੱਢਾ ਸਾਹਿਬ ਜੀ ਤੋਂ ਹੋਰ ਗੁਰਮੁਖ ਪਿਆਰਿਆਂ ਦੇ ਨਾਲ ਦਿੱਲੀ ਨੂੰ ਚਾਲਾ ਪਾਇਆ। ਇੱਥੋਂ ਦਾ ਦਰੋਗਾ ਜਿਹੜਾ ਕਿਲ੍ਹੇਦਾਰ ਉਹ ਹਰਦਾਸ, ਅਤੇ ਉਹਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਤੂੰ ਇਹ 52 ਰਾਜਿਆਂ ਨੂੰ ਨਾਲ ਲੈ ਕੇ ਆ, ਇਹਨਾਂ ਹੌਲੀ ਤੁਰਨਾ ਹੈ ਅਤੇ ਅਸੀਂ ਦਿੱਲੀ ਪਹੁੰਚਦੇ ਹਾਂ। ਉੱਥੇ ਬਾਦਸ਼ਾਹ ਜਹਾਂਗੀਰ ਮਜਨੂੰ ਟਿੱਲੇ ਮਹਾਰਾਜ ਨੇ ਪੜਾਅ ਕੀਤਾ ਅਤੇ ਮਜਨੂੰ ਟਿੱਲੇ ਬਾਦਸ਼ਾਹ ਜਹਾਂਗੀਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ। ਤੋ ਵਿਧੀ ਨਾਲ ਮਹਾਰਾਜ ਸਤਿਗੁਰਾਂ ਨੇ ਫਿਰ ਉਹ ਚੰਦੂ ਦੇ ਨੱਕ ਵਿੱਚ ਨੱਥ ਪਾ ਲਈ ਸੀਗੀ, ਮਣਕਾ ਵਿਖਾ ਕਰਕੇ ਕਿ ਬਾਦਸ਼ਾਹ ਨੇ ਆਖਿਆ ਮਹਾਰਾਜ ਸੁੰਦਰ ਮਣਕਾ ਮੈਨੂੰ ਵੀ ਦੇ ਦਿਓ, ਮੈਂ ਮਾਲਾ ਵਿੱਚ ਪਾ ਲਵਾਂ ਐਸਾ ਜਿਹੜੀ ਤੁਹਾਡੇ ਹੱਥ ਵਿੱਚ ਸਿਮਰਨਾ ਪਾਇਆ। ਹਜ਼ੂਰ ਕਹਿੰਦੇ ਬਾਦਸ਼ਾਹ ਇੱਕ ਮਣਕੇ ਦੀ ਕੀ ਬਾਤ, ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਪੂਰੀ ਮਾਲਾ ਸੀਗੀ ਜਦੋਂ ਚੰਦੂ ਦੀ ਹਵੇਲੀ 'ਚ ਸ਼ਹੀਦ ਕੀਤੇ, ਅਤੇ ਚੰਦੂ ਨੂੰ ਪੁੱਛੋ ਮਾਲਾ ਕਿੱਥੇ ਹੈ। ਚੰਦੂ ਡਰ ਗਿਆ ਸੀ ਉਸ ਸਮੇਂ, ਅਤੇ ਮਹਾਰਾਜ ਸਤਿਗੁਰਾਂ ਨੇ ਫਿਰ ਸਾਰੇ ਦੇ ਪੋਤੜੇ ਪਾਜ ਖੋਲ੍ਹ ਦਿੱਤੇ। ਵਜ਼ੀਰ ਖਾਂ ਵਰਗੇ ਵੀ ਬੋਲ ਪਏ ਕਚਹਿਰੀ 'ਚ, ਮਹਾਰਾਜੇ ਬਾਦਸ਼ਾਹ ਸੱਚ ਕਹਿੰਦੇ ਸੱਚੇ ਪਾਤਸ਼ਾਹ ਜੀ। ਮਜਬੂਰੀ ਵਸ ਬਾਦਸ਼ਾਹ ਜਹਾਂਗੀਰ ਨੇ ਆਖਿਆ ਮਹਾਰਾਜ ਮੇਰਾ ਕੋਈ ਦੋਸ਼ ਨਹੀਂ। ਹਜ਼ੂਰ ਕਹਿੰਦੇ ਜਿਹੜਾ ਵੀ ਦੋਸ਼ੀ ਹੈ ਉਹਨੂੰ ਇੱਥੇ ਸਜ਼ਾ ਦੇਵਾਂਗੇ, ਜਿਹੜੇ ਬਚ ਗਏ ਨਾ ਬਾਦਸ਼ਾਹ ਜਹਾਂਗੀਰ ਤੇ ਅਗਲੀ ਦਰਗਾਹ ਵਿੱਚ ਹਿਸਾਬ ਲਵਾਂਗੇ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਪਕੜ ਲਏ ਸਨਗੇ। ਆਖਿਆ ਪਾਤਸ਼ਾਹ ਛੱਡੋ ਖਾੜਾ ਮਹਾਰਾਜ, ਜੇ ਤੁਹਾਡਾ ਦੋਸ਼ੀ ਆ ਚੰਦੂ ਤੇ ਲਓ ਤੁਹਾਡੇ ਹਵਾਲੇ ਕਰ ਦੇं ਅਤੇ ਮੇਰੇ 'ਤੇ ਮਹਾਰਾਜ ਦਇਆ ਕਰੋ, ਮੈਂ ਤੁਹਾਡੇ ਚਰਨੀ ਲੱਗ ਕੇ ਭੁੱਲ ਬਖਸ਼ਾਉਂਦਾ। ਹਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦੀ ਦੇ ਹੁਕਮ ਬੇਸ਼ੱਕ ਮੈਂ ਦਿੱਤੇ ਸਨਗੇ, ਪਰ ਪਾਤਸ਼ਾਹ ਜੀ ਚੰਦੂ ਕਹਿੰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ ਅੰਮ੍ਰਿਤਸਰ ਵਿੱਚ ਚੋਰ ਧਾੜ ਵੀ ਰੱਖੇ ਹੈ, ਖੁਸਰੋ ਇਹਨਾਂ ਨੂੰ ਮਿਲਣ ਗਿਆ ਤੁਹਾਡਾ ਪੁੱਤਰ ਬਗਾਵਤ ਕੀਤੀ ਜਿਹਨੇ। ਤੋ ਇਸ ਤਰ੍ਹਾਂ ਮੈਨੂੰ ਕਹਿੰਦਾ ਰਿਹਾ ਹੈ ਚੰਦੂ ਜੋ ਜੋ ਮੈਂ ਮੰਨ ਕੇ ਸਾਰਾ ਕੌਤਕ ਕੀਤਾ ਹੈ, ਮੈਨੂੰ ਬਖਸ਼ੋ ਮਹਾਰਾਜ, ਮੈਂ ਅਣਜਾਣਪੁਣੇ ਵਿੱਚ ਕੀਤਾ, ਮੈਂ ਨਹੀਂ ਜਾਣਦਾ ਗੁਰੂ ਅਰਜਨ ਦੇਵ ਸਾਹਿਬ ਜੀ ਕੌਣ ਸਨ। ਤੋ ਇਸ ਤਰ੍ਹਾਂ ਬਾਦਸ਼ਾਹ ਨੂੰ ਮਹਾਰਾਜ ਜੀ ਨਾ ਹਾਂ ਨਾ ਕੀਤੀ, ਇੱਥੋਂ ਉੱਠ ਕੇ ਆ ਗਏ ਸੀ ਸੱਚੇ ਪਾਤਸ਼ਾਹ। ਚੰਦੂ ਜਦੋਂ ਆਇਆ ਅਤੇ ਭਾਈ ਬਿਧੀ ਚੰਦ ਵਰਗਿਆਂ ਸਭਾ ਵਿੱਚ ਢਾਹ ਕੇ ਪੱਗ ਉਤਾਰ ਕੇ ਇਹਦੀ ਚੰਦੂ ਦੀ ਅਤੇ ਮਸ਼ਕਾਂ ਬੰਨ੍ਹ ਲਈਆਂ, ਧੂ ਕੇ ਸਭਾ ਦੇ ਵਿੱਚੋਂ ਅਤੇ ਬਾਹਰ ਕੱਢ ਲਿਆ। ਖੜ੍ਹਾ ਕਰਕੇ ਮਹਾਰਾਜ ਨੇ ਹੁਕਮ ਦਿੱਤਾ ਭਾਈ ਜੇਠਾ ਜੀ ਇਹਨੂੰ ਲਚੱਲੋ ਮਜਨੂੰ ਟਿੱਲੇ, ਪਹਿਲਾਂ ਸਾਰੀ ਦਿੱਲੀ ਦੀਆਂ ਗਲੀਆਂ 'ਚ ਫੇਰੋ ਅਤੇ ਪਾਪੀ ਚੰਦੂ ਦੇ ਅੱਗੇ ਲੱਗ ਜਾਓ ਅਤੇ ਉੱਚੀ ਆਵਾਜ਼ ਵਿੱਚ ਇਹ ਬੋਲਾ ਛੱਡੋ ਦਿੱਲੀ ਦੀ ਸੰਗਤ ਨੂੰ ਵੀ ਜਿਹੜਾ ਵੀ ਹੁਣ ਵੇਖੇ ਚੰਦੂ ਪਾਪੀ ਨੂੰ 5 7 ਛਿੱਤਰ ਚੰਦੂ ਦੇ ਸਿਰ ਵਿੱਚ ਮਾਰੇ।
ਇਹ ਸਾਡਾ ਹੁਕਮ ਹੈ। ਵੇਖਦਿਆਂ ਸਾਰ ਸਾਧ ਸੰਗਤ ਜੀ ਜਿੰਨੀ ਦਿੱਲੀ ਦੀ ਸੰਗਤ ਉਮੜ ਪਈ, ਜੁੱਤੀਆਂ ਲੈ ਲੈ ਚੰਦੂ ਦੇ ਸਿਰ ਵਿੱਚ ਮਾਰਦੇ ਆ। ਕੁਝ ਹੀ ਸਮੇਂ ਵਿੱਚ ਸੀਸ ਉੱਪਰ ਜ਼ਖਮ ਹੋਣ ਲੱਗ ਪਏ। ਬਹੁਤ ਵਿਆਕੁਲ ਹੁੰਦਾ, ਚਾਂਗਰਾਂ ਮਾਰਦਾ ਹੈ। ਭਾਈ ਬਿਧੀ ਚੰਦ ਵਰਗਿਆਂ ਦੀਆਂ ਮਸ਼ਕਾਂ ਬੰਨ੍ਹ ਕੇ ਪਾਗੇ ਦੀ ਨਾਲ ਤੇ ਪਿੱਛੋਂ ਲੜ ਫੜਿਆ ਹੋਇਆ, ਧੱਕੇ ਮਾਰ ਮਾਰ ਕੇ ਦਿੱਲੀ ਦੇ ਬਾਜ਼ਾਰਾਂ ਵਿੱਚੋਂ ਬਾਦਸ਼ਾਹ ਜਹਾਂਗੀਰ ਦੇ ਸ਼ਾਹੀ ਦੀਵਾਨ ਜੀ ਦੇ ਕਹੇ ਤੇ ਕਦੇ ਹਿੰਦੁਸਤਾਨ ਦਾ ਪਤਾ ਨਹੀਂ ਸੀ ਹਿੱਲਦਾ ਕਹੇ ਬਿਨਾਂ। ਅੱਜ ਉਹਦੇ ਸੀਸ ਤੇ ਪੱਗ ਨਹੀਂ, ਪੈਰੀਂ ਜੋੜੇ ਨਹੀਂ, ਤੇ ਮਸ਼ਕਾਂ ਵੱਜੀਆਂ ਹੋਈਆਂ, ਸਿਰ ਵਿੱਚ ਜੁੱਤੀਆਂ ਵੱਜਦੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮਜਨੂੰ ਟਿੱਲੇ ਲੈ ਗਏ। ਤੋ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਦੇ ਫਿਰ ਜਿਵੇਂ ਕੁਝ ਕੌਤਕ ਰਹਿੰਦੇ ਕੀਤੇ। ਬੇਅੰਤ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਅਤੇ ਹਜ਼ੂਰ ਮਹਾਰਾਜ ਜੀ ਫਿਰ ਇੱਥੋਂ ਚਾਲਾ ਪਾਉਂਦੇ ਅੰਮ੍ਰਿਤਸਰ ਸਾਹਿਬ ਨੂੰ। ਉਹ ਪ੍ਰਸੰਗ ਅਤੇ ਕੁਝ ਬਾਬਾ ਜੇਠਾ ਜੀ ਵੱਲੋਂ ਪੁੱਛਿਆ ਮਹਾਰਾਜ ਵੀ ਮਜਨੂੰ ਟਿੱਲੇ ਦਾ ਅਸਲੀ ਪ੍ਰਸੰਗ ਕੀ ਹੈ, ਕਿਉਂ ਇਹਨੂੰ ਮਜਨੂੰ ਟਿੱਲਾ ਆਂਦੇ ਹੈ। ਉਹ ਕੁਝ ਪ੍ਰਸੰਗ ਜਿਹੜਾ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਜਿਵੇਂ ਲਿਖਿਆ ਹੈ, ਚਿੱਤ ਬਿਰਤੀ ਇਕਾਗਰ ਕਰਦਿਆਂ ਹੋਇਆਂ ਸ਼ਰਵਣ ਕਰੀਏ ਜੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਸਤਿਗੁਰ ਹਰਗੋਬਿੰਦ ਚੰਦ। ਤੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਹੈ, ਸੁਭਾਏਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਹੜੇ ਚੰਦਰਮਾ ਦੇ ਵਰਗੇ ਸਦਰਸ ਹਨ ਜਾਂ ਚੰਦਰਮਾ ਵਾਂਗੂ ਸ਼ੋਭਾ ਪਾਉਣ ਵਾਲੇ ਹੈ। ਪਸਰੀ ਕੀਰਤ ਜੋਨ ਮਨਿੰਦ। ਮਹਾਰਾਜ ਦੀ ਚੰਦਰਮਾ ਦੇ ਵਾਂਗੂ ਜਿਵੇਂ ਚੰਦਰਮਾ ਦੀ ਚਾਂਦਨੀ ਫੈਲਦੀ ਨਾ ਸੰਸਾਰ ਤੇ, ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸ਼ੋਭਾ ਘਰ ਘਰ ਫੈਲ ਰਹੀ ਹੈ। ਸਭ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ ਦੀਆਂ ਭਾਰਤ ਵਰਸ਼ 'ਤੇ ਵੱਡਾ ਪਰਉਪਕਾਰ ਕੀਤਾ ਹੈ। ਰਾਜੇ ਜਹਾਂਗੀਰ ਦੇ ਪਾਸੋਂ 52 ਰਾਜੇ ਕੈਦੀ ਛੁਡਾ ਲਏ ਹਨ। ਧੰਨ ਧੰਨ ਭਾਖਦ ਗੇ ਦੇਸ਼। ਇੱਧਰ ਜਿਹੜੇ ਰਾਜੇ ਸੀਗੇ 52 ਛੁਡਾਏ ਖਾਲਸਾ ਜੀ। ਗੁਰੂ ਹਰਗੋਬਿੰਦ ਸਾਹਿਬ ਦੀਆਂ ਜਹਾਂਗੀਰ ਨੂੰ ਆਖਿਆ ਵੀ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਰਾਜ ਦੇ। ਉਹ ਕਹਿੰਦਾ ਮਹਾਰਾਜ ਮੈਂ ਛੱਡ ਤਾਂ ਦੇਵਾਂ, ਰਾਜ ਵੀ ਦੇ ਦੇਵਾਂ, ਜੇ ਫਿਰ ਇਹਨਾਂ ਨੇ ਬਗਾਵਤ ਕਰ ਦਿੱਤੀ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਿਆਂ ਨੂੰ ਕਹਿਣ ਲੱਗੇ ਵੀ ਸਾਰੇ ਅੱਜ ਤੋਂ ਬਾਅਦ ਜਹਾਂਗੀਰ ਦੇ ਅਧੀਨ ਰਹਿਣਗੇ, ਜਿਵੇਂ ਕਹਿੰਦਾ ਉਵੇਂ ਕਰਨਾ ਅਤੇ ਕਦੇ ਇਹਦੇ ਨਾਲ ਜੰਗ ਨਹੀਂ ਛੇੜਨੀ। ਤੋ ਇਸ ਤਰ੍ਹਾਂ ਫਿਰ ਤਿਲਕ ਦੇ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ 52 ਰਾਜੇ ਮਜਨੂੰ ਟਿੱਲੇ ਤੋਂ ਤੋਰੇ ਸਨਗੇ। ਅਤੇ ਉਹ ਜਦੋਂ ਆਪਣੇ ਦੇਸ਼ਾਂ ਨੂੰ ਜਾਂਦੇ ਆ ਰਾਜੇ, ਉੱਥੇ ਜਾ ਕੇ ਬੜੀ ਮਹਾਰਾਜ ਦੀ ਸ਼ੋਭਾ ਕਰਦੇ ਆ, ਕਿਉਂਕਿ ਪਰਿਵਾਰਾਂ ਨੂੰ ਆਸ ਨਹੀਂ ਸੀ ਉਹਨੇ ਛੁੱਟ ਜਾਣਗੇ। ਇਸ ਕਰਕੇ ਜਦੋਂ ਆਪਣੇ ਸ਼ਹਿਰਾਂ ਵਿੱਚ ਜਾਂ ਜਿੱਥੇ ਰਾਜ ਭਾਗ ਹੈ ਉੱਥੇ ਪਹੁੰਚਦੇ 52 ਛੁੱਟੇ ਰਾਜੇ ਜਾ ਕੇ ਦੱਸਦੇ ਆ ਸਾਡੀ ਬਾਂਹ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਪਕੜੀ, ਸਾਨੂੰ ਉਹਨਾਂ ਨੇ ਕਿਲੇ 'ਚੋਂ ਬਾਹਰ ਕਢਵਾਇਆ ਹੈ। ਸਾਰੇ ਭਾਰਤ ਵਰਸ਼ ਦੇ ਅੰਦਰ ਬਹੁਤ ਗਰੀਬ ਨਵਾਜ ਦੀ ਸ਼ੋਭਾ ਫੈਲ ਰਹੀ ਹੈ। ਭੇ ਨਰੇਸ਼ ਲੈ ਰਾਜ ਅਸ਼ੇਸ਼। ਤੋ ਮਹਾਰਾਜ ਦੀ ਦਇਆ ਸਦਕਾ ਹਿੰਦੁਸਤਾਨ ਦੇ 52 ਰਾਜੇ ਆਪੋ ਆਪਣਾ ਰਾਜ ਲੈ ਕੇ ਫਿਰ ਮੁੜ ਤੋਂ ਸੁਰਜੀਤ ਹੋ ਗਏ ਹਨ। ਹਿਰਦੇ ਯਾਦ ਰਾਖਿਓ ਉਪਦੇਸ਼। ਤੇ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਸੀਗਾ 52 ਰਾਜਿਆਂ ਨੂੰ ਜਾਣ ਲੱਗਿਆ ਇੱਥੋਂ ਵੀ, ਇੱਕ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ, ਤੇ ਦੂਜਾ ਜਹਾਂਗੀਰ ਦੇ ਨਾਲ ਕਦੇ ਜੰਗ ਨਹੀਂ ਸਹੇੜਨੀ ਅੱਜ ਤੋਂ ਬਾਅਦ। ਇਹਨਾਂ ਰਾਜਿਆਂ ਮਰਦੇ ਦਮ ਤੱਕ ਮਹਾਰਾਜ ਦਾ ਉਪਦੇਸ਼ ਪੱਲੇ ਬੰਨਿਆ ਹੈ। ਸਤਨਾਮ ਕੋ ਜਪਨ ਹਮੇਸ਼। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ ਤੇ ਹਮੇਸ਼ਾ ਵਾਹਿਗੁਰੂ 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 ਸਿਮਰਨ ਕਰਦੇ ਹਨ। ਦੁਤੀਏ ਰਹਿ ਸਾਹੋ ਅਨੁਸਾਰੀ। ਤੇ ਦੂਜਾ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਸਾਰੇ ਰਾਜੇ ਜਿਹੜੇ ਉਹ ਬਾਦਸ਼ਾਹ ਜਹਾਂਗੀਰ ਦੇ ਅਨੁਸਾਰ ਰਹਿਣਾ, ਇਹਦੇ ਨਾਲ ਕੋਈ ਹੁਣ ਜੰਗ ਨਹੀਂ ਛੇੜੇਗਾ, ਕਿਉਂਕਿ ਬਾਦਸ਼ਾਹ ਹੁਣ ਸਾਡਾ ਮਿੱਤਰ ਹੈ। ਕਰਤ ਭਏ ਤਿਮ ਹੀ ਦਵੈਕਾਰੀ। ਤੋ ਦੋਵੇਂ ਕੰਮ, ਇੱਕ ਨਾਮ ਜਪਣਾ ਇਸ਼ਨਾਨ ਪਾਣ ਕਰਕੇ ਅੰਮ੍ਰਿਤ ਵੇਲੇ, ਦੂਜਾ ਬਾਦਸ਼ਾਹ ਜਹਾਂਗੀਰ ਨਾਲ ਪ੍ਰੇਮ ਰੱਖਣਾ, ਇਹ 52 ਰਾਜੇ ਮਰਦੇ ਦਮ ਤੱਕ ਮਹਾਰਾਜ ਦਾ ਹੁਕਮ ਨਿਭਾਉਂਦੇ ਰਹੇ ਹਨ। ਜਹਾਂਗੀਰ ਗੁਰ ਕੇ ਟਿਗ ਬੈਸੇ। ਇੱਧਰ ਖਾਲਸਾ ਜੀ ਜਹਾਂਗੀਰ ਦੇ ਪਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰੇ ਪੂਰੇ ਸਿੰਘ ਸੂਰਮੇ ਸਿੱਖ ਸਜੇ ਹੋਏ ਹੈ।
ਤੇ ਬਾਦਸ਼ਾਹ ਜਹਾਂਗੀਰ ਵੀ ਮਹਾਰਾਜ ਦੇ ਪਾਸ ਬੈਠਾ ਹੋਇਆ ਹੈ। ਬੋਲਣ ਮਿਲਣ ਕਰਿਓ ਸ਼ੁਭ ਤੇ ਐਸੇ। ਬਾਦਸ਼ਾਹ ਜਹਾਂਗੀਰ ਨੇ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਹੈ। ਕਰ ਪ੍ਰਸੰਨ ਗੁਰ ਕੋ ਸਭ ਭਾਂਤੀ। ਬੜੇ ਤਰੀਕੇ ਨਾਲ ਮਹਾਰਾਜ ਨੂੰ ਬੜੀਆਂ ਬੇਨਤੀਆਂ, ਮਿੱਠੇ ਬੋਲ ਬਾਦਸ਼ਾਹ ਬੋਲਦਾ ਹੈ, ਮਿੱਠੇ ਬਚਨ ਕਰ ਕਰਕੇ ਵੀ ਕਿਹੜੇ ਤਰੀਕੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਖੁਸ਼ ਤੇ ਪ੍ਰਸੰਨ ਮੇਰੇ ਤੇ ਦਇਆ ਕਰਕੇ ਰੱਖਣ। ਭਇਓ ਸ਼ਾਹੋ ਤਬ ਸੀਤਲ ਛਾਤੀ। ਤੇ ਬਾਦਸ਼ਾਹ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨ ਹੈ। ਬਾਦਸ਼ਾਹ ਮਹਾਰਾਜ ਦੀ ਖੁਸ਼ੀ ਲੈ ਕੇ ਚਿੱਤ ਵਿੱਚ ਠੰਡ ਪ੍ਰਾਪਤ ਕਰਦਾ ਹੈ, ਛਾਤੀ ਠਰ ਜਾਂਦੀ ਹੈ। ਸ੍ਰੀ ਮੁਖ ਤੇ ਜਿਮ ਜਿਮ ਫੁਰਮਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸ਼੍ਰੀ ਸੁਭਾਏਮਾਨ ਕੰਠ ਤੋਂ ਜਿਵੇਂ ਜਿਵੇਂ ਦੇ ਬਚਨ ਕਰੀ ਜਾਂਦੇ ਹਨ, ਤਿਮ ਤਿਮ ਕਰਿਓ ਹਿਰਦੇ ਹਰ ਖਾਇਓ। ਤੇ ਉਸੇ ਤਰ੍ਹਾਂ ਹੀ ਬਾਦਸ਼ਾਹ ਕਰੀ ਜਾਂਦਾ ਹੈ। ਭਾਵ ਜਿਵੇਂ ਮਹਾਰਾਜ ਨੇ ਆਖਿਆ ਨਾ ਵੀ ਇਹਨਾਂ ਨੂੰ ਰਾਜ ਦੇ ਨੇ, ਰਾਜ ਵੀ ਦੇ ਦਿੱਤਾ। ਤਿਲਕ ਦੇ ਦੇ ਕੇ ਤੇ ਖਿਲਤਾਂ ਤੇ ਬਹੁਤ ਸੁੰਦਰ ਸਾਧ ਸੰਗਤ ਜੀ ਦੁਸ਼ਾਲੇ ਦੇ ਦੇ ਕੇ ਰਾਜੇ ਵਿਦਾ ਕੀਤੇ ਬਾਦਸ਼ਾਹ ਜਹਾਂਗੀਰ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੂਰਾ ਕਹਿਣੇ ਵਿੱਚ ਹੈ ਤੇ ਖੁਸ਼ੀ ਲੈ ਰਿਹਾ ਹੈ। ਹਾਥ ਜੋੜ ਕਰ ਬਾਕ ਬਖਾਨਾ। ਤੇ ਹੱਥ ਜੋੜ ਜੋੜ ਕੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀਆਂ ਕਰਦਾ ਹੈ। ਉਪਕਾਰੀ ਤੁਮ ਕਿਰਪਾ ਨਿਧਾਨਾ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਮਹਾਰਾਜ ਤੁਸੀਂ ਬੜੇ ਪਰਉਪਕਾਰੀ ਹੋ, ਕਿਰਪਾ ਦੇ ਨਿਧਾਨਾ ਕਹੀਏ, ਖਜ਼ਾਨੇ ਹੋ ਸੱਚੇ ਪਾਤਸ਼ਾਹ ਜੀ। ਨਿਰਨੈ ਕਰ ਮਹਿਮਾ ਅਬ ਜਾਨੀ। ਮਹਾਰਾਜ ਠੀਕ ਆ, ਮੈਂ ਤੁਹਾਡੇ ਨਾਲ ਬੜਾ ਸਮਾਂ ਵੈਰ ਸਹੇੜਦਾ ਰਿਹਾ, ਪਰ ਹੁਣ ਮੈਂ ਨਿਰਣਾ ਕਰ ਲਿਆ ਸੱਚੇ ਪਾਤਸ਼ਾਹ, ਮੈਨੂੰ ਭਰੋਸਾ ਵੱਧ ਗਿਆ ਤੁਹਾਡੇ ਤੇ। ਮਹਾਰਾਜ ਮੈਂ ਜਾਣ ਗਿਆ ਤੁਸੀਂ ਖੁਦਾ ਹੋ, ਅੱਲਾ ਹੋ, ਅੱਲਾ ਤਾਲਾ ਹੋ। ਪੀਰ ਮਹਾ ਮ੍ਰਿਦ ਬਹੁਰ ਬਖਾਨੀ। ਬਾਕੀ ਰਹਿੰਦੀ ਕਸਰ ਸਾਈਂ ਪੀਰ ਮੀਆਂ ਮੀਰ ਜੀ ਆਏ ਸਨ ਇੱਥੇ, ਉਹਨਾਂ ਵੀ ਤੁਹਾਡੀ ਤੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਘਰ ਦੀ ਬੜੀ ਸੋਭਾ ਆਖੀ ਹੈ। ਇਸ ਲਈ ਮਹਾਰਾਜ ਮੈਨੂੰ ਗਿਆਨ ਹੋ ਗਿਆ ਅਗਿਆਨੀ ਨੂੰ ਵੀ ਤੁਹਾਡਾ ਘਰ ਮਹਾਰਾਜ ਬਹੁਤ ਵੱਡਾ ਹੈ। ਆਪ ਸੱਚੇ ਪਾਤਸ਼ਾਹ ਬਾਦਸ਼ਾਹ ਦੇ ਬਾਦਸ਼ਾਹ ਹੋ। ਵੱਡੋ ਤਰਾਸ ਤੇ ਮੋਹਿ ਬਚਾਇਓ। ਬਾਕੀ ਮਹਾਰਾਜ ਜਦੋਂ ਆਪ ਜੀ ਗਵਾਲੀਅਰ ਸਨਗੇ ਤੇ ਮੈਂ ਇੱਥੇ ਬੜਾ ਭੈਭੀਤ ਹੁੰਦਾ, ਭਿਆਨਕ ਬਿਮਾਰੀ ਨਾਲ ਰਾਤ ਨੂੰ ਸ਼ੇਰ ਆਣ ਡਰਾਉਂਦੇ ਸਨਗੇ ਤੇ ਆਪ ਜੀ ਨੇ ਬੜੀ ਦਇਆ ਕੀਤੀ। ਪਾਤਸ਼ਾਹ ਜਦੋਂ ਹੀ ਯਾਦ ਕਰਦਾ ਸੀ ਆਪ ਜੀ ਝਾਟੀ ਹਾਜ਼ਰ ਹੋ ਕੇ ਮੇਰੀ ਰੱਖਿਆ ਕਰਦੇ ਰਹੇ। ਜਬ ਸਿਮਰੋ ਹਾਜ਼ਰ ਦਰਸਾਇਓ। ਜਦੋਂ ਹੀ ਤੁਹਾਨੂੰ ਯਾਦ ਕਰਦਾ ਰਿਹਾ ਤੇ ਆਣ ਹਾਜ਼ਰ ਹੁੰਦੇ ਰਹੇ, ਦਰਸ਼ਨ ਕਰ ਮੈਨੂੰ ਬਖਸ਼ਦੇ ਰਹੇ ਤੇ ਨਾਲ ਹੀ ਮੇਰੀ ਸ਼ੇਰਾਂ ਤੋਂ ਰੱਖਿਆ ਵੀ ਕਰਦੇ ਰਹੇ ਸੀ। ਨਿਤ ਰਾਖੇ ਆਪਣੇ ਮੈਂ ਮਾਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਮਿਹਰ ਭਰਿਆ ਹੱਥ ਰੱਖ ਕੇ ਤੁਸਾਂ ਨੇ ਦਇਆ ਕਰਕੇ ਬਚਾਉਂਦੇ ਰਹੇ ਹੋ। ਨਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਦਇਆ ਤੇ ਮਿਹਰ ਦਾ ਹੱਥ ਤੁਸੀਂ ਰੱਖਣਾ ਕੀਤਾ ਹੈ ਸੀ। ਤਰਾਸ ਕਸ਼ਟ ਮੇਰੇ ਸਭ ਹਾਨੇ। ਤੇ ਮਹਾਰਾਜ ਮੈਂ ਹੁਣ ਆਪ ਜੀ ਨੂੰ ਆਪਦੇ ਜਾਣਿਆ ਹੈ ਸੱਚੇ ਪਾਤਸ਼ਾਹ, ਤੇ ਮੇਰਾ ਦੁੱਖ ਕਸ਼ਟ ਜਿਹੜਾ ਹੈ ਉਹ ਤੁਸਾਂ ਨੇ ਸਾੜ ਸਤੀ ਆਦਿਕ ਦਾ ਦੂਰ ਕਰ ਦਿੱਤਾ ਹੈ, ਨਾਲ ਮਹਾਰਾਜ ਮੇਰੀ ਰੱਖਿਆ ਕੀਤੀ ਹੈ। ਕਹੇ ਆਪ ਕੇ ਹਉ ਅਨੁਸਾਰਾ। ਪਿਛਲੀਆਂ ਭੁੱਲਾਂ ਮੇਰੀਆਂ ਬਖਸ਼ ਦਿਓ ਪਾਤਸ਼ਾਹ, ਅਗਾਂਹ ਮੈਂ ਤੁਹਾਡੇ ਕਹੇ ਅਨੁਸਾਰ ਚੱਲਾਂਗਾ, ਜਿਵੇਂ ਆਪ ਜੀ ਹੁਕਮ ਕਰਿਆ ਕਰੋਗੇ ਉਸੇ ਤਰ੍ਹਾਂ ਵਰਤਿਆ ਕਰਾਂਗਾ। ਸ੍ਰੀ ਗੁਰ ਰਹੋ ਮੋਰ ਰਖਵਾਰਾ। ਮਹਾਰਾਜ ਮੇਰੀ ਰੱਖਿਆ ਕਰਦੇ ਰਹਿਣਾ, ਸਦਾ ਮੇਰੇ ਅੰਗ ਸੰਗ ਸਹਾਈ ਰਹਿਣਾ, ਮੇਰੇ ਰਾਜ ਭਾਗ ਤੇ ਮਿਹਰ ਰੱਖਣੀ ਜੀ। ਸ੍ਰੀ ਹਰਿ ਗੋਬਿੰਦ ਕਹਿ ਸੁਨ ਛਾਹੂ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣ ਕੇ ਬਾਦਸ਼ਾਹ ਤੋਂ ਕਹਿਣ ਲੱਗੇ ਆ, ਹੇ ਬਾਦਸ਼ਾਹ ਰਾਜਨ ਸੁਣਨਾ ਕਰ ਤੈਂ। ਸਰਧਾ ਤਰਹਿ ਜੇ ਗੁਰ ਕਰ ਮਾਹੂ। ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸੰਸਾਰ ਵਿੱਚ ਚਾਹੇ ਰਾਜਾ ਚਾਹੇ ਕੰਗਾਲ ਹੈ, ਜਿਹੜਾ ਵੀ ਗੁਰੂ ਸਾਹਿਬ ਮਹਾਰਾਜ ਦੇ ਘਰ ਤੇ ਸ਼ਰਧਾ ਰੱਖਦਾ ਹੈ ਤਿਨ ਕੇ ਸਦਾ ਸਹਾਇਕ ਅਹੈ। ਗੁਰੂ ਪਾਤਸ਼ਾਹ ਮਹਾਰਾਜ ਦਾ ਘਰ ਸਦਾ ਉਹਦੀ ਸਹਾਇਤਾ ਕਰਦਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਜਿਹੜਾ ਚੱਲ ਕੇ ਆਉਂਦਾ ਸ਼ਰਨ ਪੈਂਦਾ ਹੈ ਉਸੇ ਦੀ ਰੱਖਿਆ ਕਰਦਾ ਹੈ। ਜਿਹੜਾ ਸ਼ਰਧਾ ਰੱਖਦਾ ਹੈ ਗੁਰੂ ਕੇ ਦਰ ਘਰ ਤੇ ਬਾਦਸ਼ਾਹ ਅਸੀਂ ਸਦਾ ਉਸ ਦੀ ਰੱਖਿਆ ਕਰਦੇ ਹਾਂ। ਲਾਜ ਆਪਣੀ ਕੋ ਨਿਰਭੈ। ਸਾਨੂੰ ਲਾਜ ਹੈ ਘਰ ਆਏ ਦੀ, ਸਾਡੇ ਸਿੱਖ ਦੀ, ਸਾਡੇ ਤੇ ਸ਼ਰਧਾ ਰੱਖਣ ਵਾਲੇ ਦੀ। ਜਾਣਹਿ ਪਰਯੋ ਆਸਰੇ ਆਏ। ਅਸੀਂ ਜਾਣਦੇ ਹਾਂ ਵੀ ਜਿਹੜਾ ਵੀ ਆਇਆ ਸਾਡੇ ਆਸਰੇ ਆਇਆ, ਸਾਡਾ ਆਸਰਾ ਤੱਕ ਕੇ ਆਇਆ, ਸਾਡੇ ਤੋਂ ਬਿਨਾਂ ਨੂੰ ਹੋਰ ਆਸਰਾ ਨਹੀਂ ਤਾਂ ਇੱਥੇ ਆਇਆ।
ਤੇ ਨਿਰ ਆਸਰੇ ਨੂੰ ਆਸਰਾ ਦਿੰਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਜੁਗ ਲੋਕਨ ਮਹਿ ਬਣਹਿ ਸਹਾਏ। ਬਾਕੀ ਕੱਲਾ ਇਸ ਸੰਸਾਰ ਤੇ ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਦੇ ਘਰ 'ਚ ਸ਼ਰਧਾ ਰੱਖਣ ਵਾਲੇ ਲਈ ਤਾਂ ਅਸੀਂ ਦੋਵਾਂ ਲੋਕਾਂ ਵਿੱਚ ਸਹਾਇਤਾ ਕਰਦੇ, ਇਹ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਬਣਾ ਦਿੰਦੇ ਹਾਂ। ਸ੍ਰੀ ਨਾਨਕ ਅਰ ਬਾਬਰ ਸ਼ਾਹੂ। ਬਾਕੀ ਜਿਹੜੇ ਤੁਹਾਡੇ ਬਜ਼ੁਰਗ ਬਾਬਰ ਹੋਇਆ ਨਾ, ਤੇ ਇਸੇ ਤਰ੍ਹਾਂ ਸਾਡੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੋਏ, ਪ੍ਰਥਮ ਮੇਲ ਪਾ ਆਪਸ ਮਾਹੂ। ਤੇ ਆਪਸ ਵਿੱਚ ਪਹਿਲਾਂ ਵੀ ਇਹਨਾਂ ਦਾ ਮੇਲ ਹੋਇਆ ਭਾਵ ਵੀ ਗੁਰੂ ਕਾ ਤੇ ਤੁਹਾਡੇ ਬਾਬਰ ਕੇ ਜਿਹੜੇ ਆ ਨਾ ਬਾਦਸ਼ਾਹ, ਇਹ ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਨਾਲ ਪ੍ਰੇਮ ਰੱਖਦੇ, ਕੋਈ ਸ਼ੱਕ ਨਹੀਂ। ਤੁਹਾਡੇ ਵੱਡੇ ਵਡੇਰੇ ਇੱਥੋਂ ਤੀਕਰ ਬਾਬਰ ਤੋਂ ਤੁਹਾਡਾ ਰਾਜ ਕਾਲ ਆਰੰਭ ਹੋਇਆ ਨਾ, ਇੱਧਰ ਗੁਰੂ ਨਾਨਕ ਪਾਤਸ਼ਾਹ ਤੋਂ ਗੁਰਤਾ ਆਰੰਭ ਹੋਈ ਹੈ। ਤੁਹਾਡੇ ਵੱਡੇ ਵਡੇਰੇ ਗੁਰੂ ਨਾਨਕ ਪਾਤਸ਼ਾਹ ਦੇ ਮੁਰੀਦ ਸਨਗੇ, ਬੜੀ ਸੰਧ ਰੱਖਦੇ ਸੀ, ਪ੍ਰੇਮ ਰੱਖਦੇ ਸੀ। ਤਬ ਤੇ ਸਿਦਕ ਧਰਤ ਤੁਮ ਰਹੈ। ਤੇ ਤੁਹਾਡੇ ਵੱਡੇ ਵਡੇਰੇ ਹੁਣ ਤੀਕਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਭਰੋਸਾ ਸਿਦਕ ਰੱਖਦੇ ਆਏ ਹਨ। ਕਰੇ ਪ੍ਰਸੰਨ ਭਲੇ ਬਰ ਲਹੇ। ਤੇ ਬਾਬਰ ਨੇ ਵੀ ਮਹਾਰਾਜ ਤੇ ਸਿਦਕ ਰੱਖ ਕੇ ਨਾ ਬੜਾ ਪ੍ਰਸੰਨ ਕਰ ਲਿਆ ਸੀ, ਤੇ ਹਜ਼ੂਰ ਨੇ ਗਿਣ ਗਿਣ ਕੇ ਵਰਦਾਨ ਦਿੱਤੇ ਸੀ, ਬਾਬਰ ਨੂੰ ਰਾਜ ਭਾਗ ਬਖਸ਼ ਦਿੱਤਾ ਸੀ। ਹਮਰੀ ਤੁਮਰੀ ਸੰਦ ਸਦੀਵਾ। ਇਸ ਲਈ ਬਾਦਸ਼ਾਹ ਜਹਾਂਗੀਰ ਤੇਰੀ ਤੇ ਸਾਡੀ ਭਾਵ ਗੁਰੂ ਨਾਨਕ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਤਾਂ ਸਦਾ ਹੀ ਸੰਧੀ ਹੈ। ਇੱਥੇ ਵਿਅੰਗਮਈ ਮਹਾਰਾਜ ਨੇ ਤਰੀਕੇ ਨਾਲ ਵਰਤਿਆ ਵੀ ਇਹ ਦੋ ਸ਼ਕਤੀਆਂ ਤਾਂ ਚੱਲਦੀਆਂ ਹੀ ਰਹਿਣੀਆਂ ਸੰਸਾਰ ਤੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦਸਮ ਬਾਣੀ ਅੰਦਰ ਜ਼ਿਕਰ ਕੀਤਾ ਹੈ, ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ। ਜੋ ਬਾਬੇ ਕੇ ਦਾਨ ਨਾਂਦਾ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਬਾਬੇ ਕੇ ਤੇ ਬਾਬਰ ਕੇ ਖਾਲਸਾ ਜੀ ਦੋ ਇਹ ਜਿਹੜੇ ਲੀਹਾਂ ਤੁਰੀਆਂ ਹੀ ਜਾਂਦੀਆਂ ਸੰਸਾਰ ਤੇ। ਇੱਕ ਬਾਬੇ ਕੇ ਹੈ ਜਿਹਦੇ 'ਚ ਧਰਮ ਆ ਜਾਂਦਾ ਹੈ, ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਗੁਰਧਾਮ, ਗੁਰਧਾਮਾਂ ਦੀ ਸੇਵਾ ਸਿਮਰਨ, ਇਹ ਸਾਰਾ ਜਿੰਨਾ ਇਹ ਸਾਜੋ ਸਾਜ ਹੈ ਨਾ, ਚੌਂਕੀਆਂ ਝੰਡੇ ਬੁੰਗੇ ਨਿਸ਼ਾਨ, ਇਹ ਬਾਬੇ ਕਿਆਂ ਦੇ ਹੈ। ਇੱਕ ਬਾਬਰ ਕੇ ਹੈ, ਆ ਪੁਲਿਸ ਹੋਈ, ਆ ਠੇਕੇ ਠਾਣੇ ਹੋਏ, ਆ ਹੋਰ ਜਿਹੜੇ ਸਾਧ ਸੰਗਤ ਜੀ ਸਰਕਾਰੀ ਮਹਿਕਮੇ ਆ ਨਾ ਜਿੰਨੇ ਬਾਬਰ ਕੇ ਹੈ, ਤੇ ਚੱਲਦੇ ਹੀ ਅੱਜ ਵੀ ਸੰਸਾਰ ਤੇ ਬਾਬਰ ਕੇ ਵੀ ਚੱਲ ਰਹੇ ਆ, ਤੇ ਬਾਬੇ ਕਾ ਵੀ ਪੂਰਾ ਜ਼ੋਰ ਹੈ। ਤੋ ਕਈ ਵਾਰੀ ਭੇੜ ਵੀ ਪੈ ਜਾਂਦਾ ਬਾਬੇ ਕੇ ਬਾਬਰ ਕਿਆਂ ਦਾ। ਸੰਗਤ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਬਾਬੇ ਕੇ ਬਾਬਰ ਕੇ ਦੋ ਆਪ ਕੀਏ ਪਰਮੇਸ਼ਰ ਸੋ। ਉਹ ਅਕਾਲ ਪੁਰਖ ਨੇ ਦੋ ਪੱਖ ਬਣਾਏ, ਇੱਕ ਬਾਬੇ ਕੇ ਹੈ, ਇੱਕ ਬਾਬਰ ਕੇ ਹੈ। ਜੋ ਬਾਬੇ ਕੇ ਦਾਨ ਨਾ ਦੇ ਹੈ, ਜਿਹੜੇ ਬਾਬੇ ਕਿਆਂ ਨੂੰ ਦਾਨ ਨਹੀਂ ਦੇਣਗੇ, ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਉਹਨਾਂ ਤੋਂ ਬਾਬਰ ਕੇ ਖੋਹ ਕੇ ਲੈਣਗੇ। ਤੋ ਅੱਜ ਆਪ ਚਫੇਰੇ ਨਿਗਾਹ ਮਾਰ ਕੇ ਵੇਖੋ, ਜਿਹੜੇ ਕੋਈ ਗੁਰਮੁਖ ਪਿਆਰੇ ਖਾਲਸਾ ਜੀ ਗੁਰੂ ਘਰ ਆਉਂਦੇ ਜਾਂਦੇ ਹੈ, ਕੋਈ ਦਾਸਾ ਬੀਸਾ ਦਸਵੰਧ ਦੀ ਮਾਇਆ ਗੁਰੂ ਕੀਆਂ ਇਮਾਰਤਾਂ ਵਾਸਤੇ, ਲੰਗਰਾਂ ਵਾਸਤੇ, ਰਸਤਾਂ, ਕੋਈ ਗਾਜੀ ਨੂੰ ਦੁੱਧ ਪਾ ਦਿੱਤਾ, ਪ੍ਰਸ਼ਾਦੇ, ਕੋਈ ਸੇਵਾ ਕਰ ਦਿੱਤੀ, ਹੱਥੀਂ ਸੇਵਾ ਕਰ ਲਈ। ਹੋਰ ਜਿਹੜੇ ਕੋਈ ਬਾਬੇ ਕਿਆਂ ਨੂੰ ਕੋਈ ਦਾਸਾ ਬੀਸਾ ਜਾਂ ਕੋਈ ਦਸਵੰਧ ਮਾਇਆ ਦਿੰਦੇ ਰਹਿੰਦੇ ਆ ਨਾ, ਜਿਨ੍ਹਾਂ ਦੇ ਘਰਾਂ ਵਿੱਚ ਕੋਈ ਸਿੰਘਾਂ ਦੇ, ਬਾਬੇ ਕਿਆਂ ਦੇ, ਗੁਰੂ ਨਾਨਕ ਪਾਤਸ਼ਾਹ ਦੇ ਮੁਰੀਦਾਂ ਦੇ ਪੈਰ ਪੈਂਦੇ ਰਹਿੰਦੇ ਆ। ਤੁਸੀਂ ਵੇਖੋ ਉਹ ਠਾਣੇ ਠੱਪਿਆਂ ਤੋਂ ਤੇ ਇਹਨਾਂ ਕਾਰਜਾਂ ਤੋਂ ਨਾ ਬਚੇ ਹੋਏ ਆ। ਤੇ ਇਹ ਖਿਆਲ ਕਰਕੇ ਵੇਖੋ ਜਿਹੜੇ ਜਮਾਂ ਹੀ ਬੇਮੁਖ ਲੋਕ ਨੇ ਨਾ, ਜਿਹੜੇ ਕੋਈ ਗੁਰੂ ਘਰ ਨੂੰ ਸਮਰਪਿਤ ਨਹੀਂ, ਜੋ ਬਾਬੇ ਕੇ ਦਾਨ ਨਾ ਦੇ ਹੈ, ਜਿਹੜੇ ਬਾਬੇ ਕਿਆਂ ਨੂੰ ਨਹੀਂ ਦਿੰਦੇ, ਉਹ ਵੇਖੀ ਜਾਓ ਇੱਥੇ 5 ਵਜੇ ਠੇਕੇ ਅੱਗੇ ਖੜੇ ਹੁੰਦੇ ਸਾਰੇ। ਗੁਰੂ ਘਰ ਨੂੰ ਮਾਇਆ ਨਹੀਂ ਦੇਣੀ, ਜੇ ਨਹੀਂ ਦਿੰਦੇ ਤੇ ਜੇਬ 'ਚ ਕਿਹੜਾ ਰਹਿੰਦੀ, ਉਹ ਠੇਕੇ ਦੇ ਆਉਂਦੇ ਆ। ਕੋਈ ਹਸਪਤਾਲ ਦੇਈ ਜਾਂਦਾ, ਜਿਹੜੇ ਰਹਿ ਗਏ ਉਹ ਠਾਣੇ ਉਜੜੀ ਜਾਂਦੇ ਆ, ਕੋਰਟਾਂ ਕਚਹਿਰੀਆਂ ਕੇਸ ਝਗੜਦੇ ਫਿਰਦੇ ਆ। ਇਹ ਗੁਰੂ ਕਲਗੀਧਰ ਮਹਾਰਾਜ ਦਾ ਵਾਕ ਹੈ, ਜੋ ਬਾਬੇ ਕੇ ਦਾਨ ਨਾ ਦੇ ਹੈ, ਜਿਹੜੇ ਬਾਬੇ ਕਿਆਂ ਨੂੰ ਦਾਨ ਨਹੀਂ ਦਿੰਦੇ, ਤਿੰਨ ਤੇ ਗਹਿ ਬਾਬਰ ਕੇ ਲੈ ਹੈ, ਬਾਬਰ ਕੇ ਬਾਹਾਂ ਮਰੋੜ ਮਰੋੜ ਕੇ ਲੈਂਦੇ ਆ। ਫਿਰ ਕੋਈ ਨਹੀਂ ਕਹਿੰਦਾ ਥਾਣੇਦਾਰ ਨੂੰ ਜਾ ਕੇ ਵੀ ਮੈਂ 5 ਨਹੀਂ ਦੇਣਾ, 2 ਲੈ ਲਾ। ਬਾਹਾਂ ਨੂੜ ਕੇ ਕੋਟਾਂ ਕਚਹਿਰੀਆਂ ਵਿੱਚ ਮਾਇਆ ਲੈਂਦੇ ਕਿ ਨਹੀਂ ਲੈਂਦੇ ਬਾਬਰ ਕੇ। ਇਸ ਲਈ ਉਹ ਮਹਾਰਾਜ ਨੇ ਵਿਅੰਗਮਈ ਕਹਿ ਦਿੱਤਾ ਵੀ ਬਾਦਸ਼ਾਹ ਇਹ ਦੋ ਪੱਖ ਤਾਂ ਚੱਲੀ ਜਾਣੇ ਸੰਸਾਰ ਤੇ, ਤੁਹਾਡੀ ਬਾਬਰ ਕਿਆਂ ਦੀ ਤੇ ਇਹ ਬਾਬੇ ਕਿਆਂ ਦੀ ਸਾਡੀ, ਇਹ ਤਾਂ ਸਦਾ ਹੀ ਮੇਲ ਮਿਲਾਪ ਰਹਿਣਾ ਹੈ। ਕਦੇ ਟਕਰਾਅ ਹੋ ਜਾਣੇ ਹੈ, ਕਦੇ ਮੇਲ ਮਿਲਾਪ ਹੋ ਜਾਇਆ ਕਰਨਗੇ। ਗੁਰੂ ਸਹਾਇਕ ਸਿੱਖਣ ਥੀਵਾ। ਬਾਕੀ ਜਿਹੜਾ ਮੁਰੀਦ ਬਣ ਕੇ ਰਹਿੰਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਗੁਰੂ ਸਾਹਿਬ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਦੇ ਸਦਾ ਸਹਾਇਤਾ ਕਰਨ ਵਾਲੇ ਹਨ। ਇਮ ਕਹਿ ਸੁਣ ਕਹਿ ਸੀਸ ਨਿਵਾਇਓ। ਇਸ ਤਰ੍ਹਾਂ ਦੇ ਬਚਨ ਮਹਾਰਾਜ ਨੇ ਕਹੇ
ਤੇ ਇਹਨੇ ਜਹਾਂਗੀਰ ਬਾਦਸ਼ਾਹ ਨੇ ਸੁਣ ਕੇ ਸੀਸ ਨਵਾਇਆ ਹੈ, ਚਰਨੀ ਮੱਥਾ ਟੇਕਿਆ ਹੈ। ਉਠਿਓ ਸ਼ਾਹੋ ਨਿਜ ਸਦਨ ਸਿਧਾਇਓ। ਬਾਦਸ਼ਾਹ ਜਹਾਂਗੀਰ ਉੱਠ ਕੇ ਇੱਥੋਂ ਆਪਣੇ ਮਹਿਲਾਂ ਨੂੰ ਤੁਰ ਗਿਆ ਵੈ। ਚੜ ਤੁਰੰਗ ਪਰ ਗਮਣੇ ਸੈਲ। ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਚੜ ਕੇ ਘੋੜੇ ਤੇ ਸੈਰ ਕਰਨ ਵਾਸਤੇ ਤੁਰ ਪਏ ਹਨ। ਤਟ ਤਟ ਜਮਨਾ ਕੇ ਚੱਲ ਗੈਲ। ਮਹਾਰਾਜ ਦੇ ਨਾਲ ਸਿੱਖ ਸੂਰਮੇ ਵੀ ਐ, ਤੁਰੇ ਜਾਂਦੇ ਐ ਯਮੁਨਾ ਨਦੀ ਦੇ ਕੰਢੇ ਉੱਪਰ। ਸਨੇ ਸਨੇ ਹੇਰਤ ਜਲ ਜਾਤੇ। ਮਹਾਰਾਜ ਧੀਰੇ ਧੀਰੇ ਘੋੜਾ ਤੋਰਦੇ ਐ ਤੇ ਸੋਹਣਾ ਜਲ ਵੇਖ ਰਹੇ ਹਨ। ਇਹ ਜਿਹੜੀ ਯਮੁਨਾ ਹੈ ਇਹਦੇ ਉੱਪਰ ਨਿਗਾਹ ਮਾਰਦੇ ਆ, ਉੱਥੋਂ ਦੀਆਂ ਰੌਣਕਾਂ ਚਹਿਲ ਪਹਿਲ ਵੇਖ ਰਹੇ ਹਨ। ਤੀਰ ਹਰਤਤਾ ਸੁੰਦਰ ਭਾਂਤੇ। ਹਰਿਆਲੀ ਆ ਜਿਹੜੀ ਕੱਚੇ ਕੰਢਿਆਂ ਤੇ ਇਹ ਯਮੁਨਾ ਨਦੀ ਦੇ, ਵੇਖ ਵੇਖ ਮਹਾਰਾਜ ਬੜੇ ਪ੍ਰਸੰਨ ਹੁੰਦੇ ਆ। ਦੂਰ ਜਾਏ ਕਰ ਉਤਰ ਤੁਰੰਗ। ਕਾਫੀ ਦੂਰ ਜਾ ਕੇ ਹਜ਼ੂਰ ਨੇ ਇਹ ਘੋੜੇ ਤੋਂ ਹੇਠਾਂ ਉਤਰ ਬੈਠੇ ਆ, ਡੇਰਾ ਕਰ ਲਿਆ ਹੈ। ਧਿਰੇ ਤਹਾਂ ਕੇਤਕ ਨਰ ਸੰਗ। ਤੇ ਮਹਾਰਾਜ ਦੇ ਨਾਲ ਕਈ ਕੁ ਹੋਰ ਸੂਰਮੇ ਆ ਤੇ ਕੁਝ ਜਿਹੜੀਆਂ ਸੰਗਤਾਂ ਵੀ ਆਈਆਂ ਹੋਈਆਂ ਸਤਿਗੁਰਾਂ ਦੇ ਪਾਸ ਹਨ। ਨੰਦਾ ਸੰਘੇੜਾ ਤਿਸ ਠੌਰ। ਸੰਘੇੜਾ ਜਾਤੀ ਦਾ ਸਾਧ ਸੰਗ ਜੀ ਜਿਹੜਾ ਭਾਈ ਨੰਦਾ ਆਦਿਕ ਜਿਹੜੇ ਆ ਇਹ ਗੁਰਮੁਖ ਪਿਆਰੇ ਭਾਈ ਨੰਦਾ ਸੰਘੇੜਾ ਆਦਿਕ ਕੋਲ ਹਨ। ਜੇਠਾ ਅਮਈਆ ਹੇਹਰ ਔਰ। ਅਮੀਆਂ ਜਾਤ ਦੇ ਭਾਈ ਜਿਵੇਂ ਜੇਠਾ ਜੀ ਹੈ, ਭਾਈ ਹੇਹਰ ਜੀ ਜਾਂ ਭਾਈ ਅਮੀਆਂ ਜੀ, ਇਹੋ ਜਿਹੇ ਗੁਰਮੁਖ ਵੀ ਨਾਲ ਹਨ। ਨਿੰਜਰ ਹੁਤੋ ਰੰਧਾਵਾ ਸੋਏ। ਰੰਧਾਵੇ ਗੋਤਰ ਦਾ ਭਾਈ ਨਿੰਜਰ ਵੀ ਮਹਾਰਾਜ ਦੇ ਪਾਸ ਖੜਾ ਹੋਇਆ ਹੈ। ਹਰ ਕਿਰਪਾਲ ਜੱਲੂ ਕੋ ਜੋਏ। ਜੱਲੂ ਕੋ ਪਿੰਡ ਦਾ ਭਾਈ ਕਿਰਪਾਲ ਦਾਸ ਵੀ ਹਾਜ਼ਰ ਹੈ। ਸਿੱਖ ਲੰਗਾਹ ਪਿਰਾਣਾ ਧੀਰ। ਭਾਈ ਲੰਗਾ ਜੀ ਭਾਈ ਪੁਰਾਣਾ ਜੀ ਬੜੇ ਧੀਰਜ ਵਾਲੇ ਸੂਰਮੇ ਖੜੇ ਹਨ। ਸੋਚ ਸਨਾਨੇ ਸਰਬ ਸਰੀਰ। ਤੇ ਹੋਰ ਵੀ ਕਵੀ ਜੀ ਕਹਿੰਦੇ ਕਾਫੀ ਸਿੱਖ ਹੈ ਮਹਾਰਾਜ ਦੇ ਨਾਲ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਜਮਨਾ ਦੇ ਵਿੱਚ ਇਸ਼ਨਾਨ ਪਾਣੀ ਕੀਤਾ ਹੈ ਦੁਪਹਿਰ ਦੇ ਸਮੇਂ। ਤੇਰੇ ਤੀਰ ਪਰ ਪਿਖਹਿ ਪ੍ਰਵਾਹੂ। ਮਹਾਰਾਜ ਕੰਢੇ ਤੇ ਖੜੇ ਹੋਏ ਤੇਜ ਪ੍ਰਵਾਹ ਜਮਨਾ ਨਦੀ ਦਾ ਵੇਖ ਵੇਖ ਆਨੰਦ ਲੈ ਰਹੇ ਹਨ। ਛਿਆਮਲ ਰੰਗ ਤਰੰਗਨ ਤਾਹੂ। ਬੜੀਆਂ ਸੋਹਣੀਆਂ ਤਰੰਗਾਂ ਲਹਿਰਾਂ ਉੱਠਦੀਆਂ ਨਦੀ ਦੇ ਵਿੱਚ, ਕਿਉਂਕਿ ਕਾਲਾ ਥੋੜਾ ਜਿਹਾ ਪਾਣੀ ਦੀ ਭਾ ਮਾਰਦਾ ਇਸ ਨਦੀ ਦਾ। ਤੋ ਮਹਾਰਾਜ ਨਦੀ ਦੀਆਂ ਉੱਠਦੀਆਂ ਤਰੰਗਾਂ ਨੂੰ ਵੇਖਦੇ ਆ, ਕੰਢੇ ਤੇ ਚੌਂਕੜਾ ਲਾ ਬੈਠੇ ਇਸ਼ਨਾਨ ਕਰਨ ਉਪਰੰਤ। ਗੁਰ ਸੋ ਬੂਝਣ ਕੀਨ ਪਿਰਾਣੇ। ਤੇ ਭਾਈ ਪੁਰਾਣਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨੀ ਬੇਨਤੀ ਕੀਤੀ ਹੈ। ਮਹਾਰਾਜ ਨੂੰ ਪੁੱਛਿਆ ਹੈ, ਮਜਨੂ ਕੌਣ ਭਇਓ ਸਭ ਜਾਣੇ। ਸੱਚੇ ਪਾਤਸ਼ਾਹ ਜੀ ਮਹਾਰਾਜ ਅਸੀਂ ਜਾਣਨਾ ਚਾਹੁੰਦੇ ਸਾਰੇ ਵੀ ਮਜਨੂ ਕੌਣ ਹੈ ਜਿਹਦੇ ਨਾਂ ਤੇ ਟਿੱਲਾ ਬਣਿਆ ਜਿੱਥੇ ਆਪਾਂ ਪੜਾ ਕੀਤਾ ਹੈ। ਇਹਨੂੰ ਮਜਨੂ ਟਿੱਲਾ ਕਿਉਂ ਆਖਦੇ ਹਨ? ਕੌਣ ਸੀ ਮਜਨੂ? ਜਹਾਂ ਹਮਾਰੋ ਡੇਰਾ ਹੈ। ਜਿੱਥੇ ਬੀਤੇ ਸਮੇਂ ਤੋਂ ਆਪਾਂ ਇੱਥੇ ਰਹਿ ਰਹੇ ਹਾਂ, ਮਜਨੂ ਟਿੱਲਾ ਨਾਮ ਅਖਵਾਉਂਦਾ ਹੈ। ਤਿਸ ਕੇ ਨਾਮ ਥਾਨ ਸੋ ਕਹੈ। ਮਹਾਰਾਜ ਦਾ ਨਾਮ ਕਿਉਂ ਮਜਨੂ ਟਿੱਲਾ ਪਿਆ ਹੈ? ਇਹਦੇ ਨਾਮ ਬਾਬਤ ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ ਜੀ। ਸੁਣ ਕਰ ਸ੍ਰੀ ਸਤਿਗੁਰੂ ਬਤਾਵਾ। ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਇਹ ਭਾਈ ਪੁਰਾਣਾ ਸੋਹਣੇ ਨੂੰ ਮਜਨੂ ਟਿੱਲਾ ਕਿਉਂ ਆਖਦੇ ਆ? ਭਇਓ ਪ੍ਰਥਮ ਚਿਰਕਾਲ ਬਿਤਾਵਾ। ਇਹ ਪੁਰਾਣੇ ਸਮੇਂ ਦੀ ਗੱਲ ਹੈ, ਕਾਫੀ ਸਮਾਂ ਪਹਿਲਾਂ ਇਹ ਕੌਤਕ ਵਰਤਿਆ ਸੀ। ਲੈਲਾ ਹੁਤੀ ਸ਼ਾਹੋ ਕੀ ਤਨੀਆ। ਇਹ ਦਿੱਲੀ ਦਾ ਕੋ ਰਾਜਾ ਬਾਦਸ਼ਾਹ ਸੀ ਜਿਹਦੀ ਪੁੱਤਰੀ ਦਾ ਨਾਮ ਲੈਲਾ ਹੈ ਸੀ। ਰੂਪਵਤੀ ਅਤਿਸ਼ੈ ਤਿਨ ਸੁਨੀਆ। ਉਹ ਰਾਜਕੁਮਾਰੀ ਅਤਿਸ਼ੇ ਕਰਕੇ ਬਹੁਤ ਹੀ ਸੁੰਦਰ ਹੈ ਸੀ। ਹੇਰਤ ਚਿਤ ਕੋ ਪ੍ਰੇਮ ਲਗਾਵਾ। ਤੇ ਇਹ ਕਿਸੇ ਤਰ੍ਹਾਂ ਕਹਿ ਲਓ ਇਹ ਮਜਨੂ ਲਾਹੌਰ ਦਾ ਵਾਸੀ ਇੱਥੇ ਆਇਆ ਹੋਇਆ ਹੋਣ ਕਰਕੇ ਕਿਸੇ ਸਮੇਂ ਇਹ ਮਜਨੂ ਨੇ ਜਿਹੜੀ ਹੈ ਉਹ ਲੈਲਾ ਜਿਹਨੂੰ ਰਾਜਕੁਮਾਰੀ ਕਹਿ ਦਓ ਉਸ ਬਾਦਸ਼ਾਹ ਦਿੱਲੀ ਵਾਲੇ ਦੀ ਪੁੱਤਰੀ ਨੂੰ ਇੱਕ ਵਾਰ ਵੇਖਿਆ ਹੈ ਸੀ। ਅਪਰ ਨਾ ਸੁਧ ਮਨ ਤਹਾ ਟਿਕਾਵਾ। ਤੋ ਜਿਸ ਕਰਕੇ ਹਕੀਕੀ ਮੋਹ ਕਾਰਨ ਹੋਰ ਕੋਈ ਮਨ ਵਿੱਚ ਸੁਧ ਖਬਰ ਨਾ ਇਸ ਨੂੰ ਰਹਿ ਗਈ। ਲੈਲਾ ਲਵਪੁਰ ਵਿਖੈ ਚਿਤਾਰਤ। ਤੇ ਇਹ ਫਿਰ ਇੱਥੋਂ ਜਦੋਂ ਚਲਾ ਵੀ ਗਿਆ ਨਾ ਮਜਨੂ ਜਿਹੜਾ ਇਹ ਰਹਿਣ ਵਾਲਾ ਹੈ ਸੀ ਲਾਹੌਰ ਦਾ, ਤੇ ਇੱਥੇ ਰਹਿੰਦਿਆਂ ਹੋਇਆ ਵੀ ਉਸੇ ਰਾਜਕੁਮਾਰੀ ਦਾ ਖਿਆਲ ਕਰਿਆ ਕਰੇ। ਰਾਤ ਦਿਵਸ ਇੱਕ ਰਸ ਬ੍ਰਿਤ ਧਾਰਤ। ਤੇ ਹਜ਼ੂਰ ਕਹਿੰਦੇ ਭਾਈ ਪੁਰਾਣਾ ਜੀ ਦਿਨ ਰਾਤ ਹੀ ਮਨ ਵਿੱਚ ਇਹ ਖਿਆਲ ਆਉਣ ਲੱਗ ਪਿਆ ਹੈ ਸੀ। ਇੱਕ ਦਿਨ ਚੜਿਓ ਸੰਡਨੀ ਮਿਲਿਓ। ਇੱਕ ਦਿਨ ਲਾਹੌਰੋਂ ਨਾ ਕੋਈ ਊਠਣੀਆਂ ਵਾਲੇ ਜਿਹੜੇ ਆ ਦਿੱਲੀ ਜਾਣ ਵਾਸਤੇ ਵਪਾਰੀ ਲੰਘੇ
ਤੇ ਇਹ ਮਜਨੂ ਨੇ ਜਦੋਂ ਵਪਾਰੀ ਲੰਘਦੇ ਵੇਖੇ ਹਨ, ਹੋਏ ਤਿਆਰ ਦਿੱਲੀ ਪੁਰ ਚੱਲਿਓ। ਉਹਨੇ ਵੇਖਿਆ ਵੀ ਤਿਆਰ ਹੋ ਕੇ ਊਠਨੀਆਂ ਤੇ ਚੜੇ ਕੋਈ ਵਪਾਰੀ ਦਿੱਲੀ ਨੂੰ ਜਾ ਰਹੇ ਹਨ। ਤਿਸ ਕੋ ਲਾਗਿਓ ਦੇਨ ਸੰਦੇਸ਼ਾ। ਤੇ ਉਹਨੂੰ ਸੁਨੇਹਾ ਦੇਣ ਲੱਗਿਆ ਵੀ ਜਾ ਕੇ ਰਾਜਕੁਮਾਰੀ ਨੂੰ ਐਂ ਆਖੀ। ਊਠਨੀ ਵਾਲੇ ਨੂੰ ਇਹ ਨਾਲ ਤੁਰਿਆ ਜਾਂਦਾ ਹੈ ਤੇ ਤੁਰਦਾ ਤੁਰਦਾ ਸੁਨੇਹ ਲਾ ਰਿਹਾ ਹੈ। ਕਹਿਤ ਕਹਿਤ ਇਹੋ ਪੰਥ ਅਸੇਸਾ। ਤੇ ਇਹੋ ਜਿਹੀ ਸੁਰਤ ਭੁੱਲੀ ਹੋਈ, ਜਿਉਂ ਸੁਨੇਹ ਦੇਣ ਲੱਗਾ ਸੁਨੇਹੇ ਦੇਂਦਾ ਦੇਂਦਾ ਨਾਲ ਤੁਰਿਆ ਜਾਂਦਾ ਹੈ। ਸੰਗ ਸੰਡਣੀ ਕੇ ਚੱਲ ਆਇਓ। ਤੇ ਦਿੱਲੀ ਪਹੁੰਚ ਗਿਆ। ਸੁਨੇਹ ਦੇਂਦਾ ਹੀ ਇਹ ਮਜਨੂ ਜਿਹੜਾ ਰਾਜਕੁਮਾਰੀ ਬਾਬਤ ਊਠਨੀ ਵਾਲੇ ਨੂੰ ਤੇ ਦਿੱਲੀ ਪਹੁੰਚ ਗਿਆ ਲਾਹੌਰੋਂ ਤੁਰਦਾ ਹੋਇਆ। ਸੁਧ ਬਿਨ ਧਰੇ ਬੇਗ ਅਸਤਾਇਓ। ਕਿਉਂਕਿ ਸੁਧ ਕੋਈ ਨਹੀਂ ਸੀ ਤੇ ਇੰਨਾ ਤੇਜ਼ੀ ਨਾਲ ਇਹਨਾਂ ਊਠਨੀਆਂ ਦੇ ਬਰਾਬਰ ਤੁਰਿਆ ਜਾਂਦਾ, ਦੌੜਦਾ, ਨਾਲੇ ਬੋਲੀ ਜਾਂਦਾ, ਸੁਣੇ ਦੇ ਰਿਹਾ ਸਹਿ ਸੀ। ਦਿੱਲੀ ਵਿਖੇ ਆਨ ਕਰ ਹੇਰੀ। ਤੇ ਆਣ ਦਿੱਲੀ, ਡੇਰਾ ਲਾਇਆ ਦਿੱਲੀ ਨਗਰ ਆਣ ਵੇਖਿਆ ਜਦੋਂ। ਲੈਲੀ ਮਿਲੀ ਜਬ ਹੈ ਇੱਕ ਬੇਰੀ। ਤੇ ਜਦੋਂ ਮਹਿਲ ਦੇ ਵਿੱਚ ਗਿਆ ਤੇ ਕਿਸੇ ਤਰ੍ਹਾਂ ਜਦੋਂ ਰਾਜਕੁਮਾਰੀ ਨਾਲ ਇਹਦਾ ਮਿਲਾਪ ਹੋਇਆ ਹੈ, ਕੀਨਸ ਮਜਨੂ ਸਾਥ ਬਖਾਨ। ਤੇ ਉਹਨੇ ਸੁਭੈ ਕੀ ਕਿਤੇ ਇਸ ਜਿਹੜੇ ਮੁਰੀਦ ਦੇ ਨਾਲ ਸੁਭੈ ਕੀ ਰਾਜਕੁਮਾਰੀ ਨੇ ਬਚਨ ਕਰ ਦਿੱਤਾ ਹੈ ਸੀ। ਅਬ ਤੂੰ ਖਰੋ ਰਹੋ ਇਸ ਥਾਨ। ਭਾਵ ਜਿੱਥੇ ਮਜਨੂ ਟਿੱਲਾ ਨਾ, ਤੂੰ ਇੱਥੇ ਖੜਾ ਰਹੀਂ ਕੁਝ ਸਮੇਂ ਵਾਸਤੇ। ਮਿਲੋ ਆਏ ਕਰ ਮੈਂ ਪੁਨ ਤੋਹੀ। ਤੇ ਕੁਝ ਸਮਾਂ ਆਉਣ ਤੋਂ ਬਾਅਦ ਮੈਂ ਆਪ ਤੇਰੇ ਪਾਸ ਇੱਥੇ ਪਿਤਾ ਨੂੰ ਮਨਾ ਕਰਕੇ ਜਾਂ ਵਿਵਾਹ ਵਾਸਤੇ ਜਾਂ ਕਿਸੇ ਆਪਣੇ ਪਿਤਾ ਨੂੰ ਕਹਿ ਕਵਾ ਕਰਕੇ ਤੇ ਤੇਰੇ ਵਾਸਤੇ ਮੇਰਾ ਰਿਸ਼ਤਾ ਹੋ ਜਾਵੇ, ਵਿਵਾਹ ਹੋ ਜਾਵੇ, ਇੱਥੇ ਪਹੁੰਚ ਜਾਵਾਂਗੀ। ਰਹੋ ਉਡੀਕਤ ਇਸ ਥਲ ਮੋਹੀ। ਤੋ ਮੈਨੂੰ ਇਸ ਥਲ ਤੇ ਤੂੰ ਉਡੀਕਦੇ ਰਹਿਣਾ ਹੈ। ਏਮ ਕਹਿ ਕਈ ਖਰੋ ਇਹ ਰਹਿਓ। ਤੇ ਹੁਣ ਉਸ ਬੈਕ ਰਾਜਕੁਮਾਰੀ ਨੇ ਬਚਨ ਕਰ ਦਿੱਤਾ ਤੇ ਇਹ ਗੱਲ ਹੁਕਮ ਮੰਨੇ ਦੀ ਹੈ। ਤੋ ਕਹਿੰਦੇ ਇਹ ਮੁਰੀਦ ਮਜਨੂ ਉਸੇ ਤਰ੍ਹਾਂ ਹੀ ਉੱਥੇ ਖੜਾ ਹੋ ਗਿਆ ਮਜਨੂ ਟਿੱਲੇ ਵਾਲੇ ਅਸਥਾਨ ਤੇ। ਲੈਲਾ ਕੋ ਸਿਮਰਤ ਚਿਤ ਚਹਿਓ। ਤੇ ਚਿੱਤ ਵਿੱਚ ਉਡੀਕਦਾ ਨਾਲੇ ਯਾਦ ਕਰ ਰਿਹਾ ਹੈ। ਠਾਂਡੇ ਕੇਤਕ ਸੰਮਤ ਬੀਤੇ। ਤੇ ਕਹਿੰਦੇ ਇੱਥੇ ਖੜਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪ੍ਰਾਣਾ ਜੀ ਇਹ ਹਕੀਕੀ ਪ੍ਰੇਮ ਹੈ ਨਾ। ਤੋ ਹਕੀਕੀ ਪ੍ਰੇਮ ਐਸਾ ਸੀ, ਖੜਿਆਂ ਕਈ ਸਾਲ ਇੱਥੇ ਬੀਤ ਗਏ ਸਨ, ਕਈ ਵਰੇ ਇੱਥੇ ਖੜੇ ਹੋਏ ਨੂੰ ਲੰਘ ਗਏ ਸਨ। ਨਹੀਂ ਦੇਹ ਕੀ ਸੁਧ ਕਬ ਲੀਤੇ। ਤੇ ਸਰੀਰ ਦੀ ਵੀ ਖਬਰ ਸੁਧ ਭੁੱਲ ਗਈ ਹੈ ਸੀ। ਕਾਸ਼ਟ ਸਮ ਸ਼ੁਸ਼ਕਿਓ ਤਨ ਸਾਰੋ। ਤੇ ਇਹ ਲੱਕੜ ਦੀ ਢੋਲ ਆ ਕੇ ਜਿਵੇਂ ਕਿਸੇ ਖੁੰਡ ਦੀ ਖੜਾ ਰਿਹਾ ਤੇ ਸੁੱਕੀ ਲੱਕੜ ਦੇ ਨਾਲ ਖੜਾ ਹੋਇਆ ਸਰੀਰ। ਸਮੇਂ ਬਾਅਦ ਕੋਈ ਭੁੱਖ ਤੇ ਦੀ ਕੋਈ ਸੁੱਧ ਨਹੀਂ ਤੇ ਸਰੀਰ ਇਉਂ ਲੱਗੇ ਜਿਵੇਂ ਸੁੱਕੀ ਲੱਕੜ ਹੁੰਦੀ ਹੈ। ਐਨ ਸਰੀਰ ਸੁੱਕ ਕੇ ਪਿੰਜਰ ਹੋ ਗਿਆ ਤੇ ਸੁੱਕੇ ਹੋਏ ਰੁੱਖ ਦੇ ਨਾਲ ਬਹੁਤ ਘਾਹ ਬੂਟ ਉੱਗਣ ਕਰਕੇ ਸਰੀਰ ਸਾਰਾ ਢਕਿਆ ਗਿਆ ਹੈ ਸੀ। ਨਹਿ ਲੈਲਾ ਕਥ ਹਿਰਦੇ ਚਿਤਾਰੋ। ਤੇ ਰਾਜਕੁਮਾਰੀ ਨੂੰ ਖਿਆਲ ਤੱਕ ਨਹੀਂ ਸੀ ਵੀ ਕਿਤੇ ਉਹ ਉਡੀਕਦਾ ਹੋਇਆ ਉੱਥੇ ਖੜਾ ਹੋਵੇਗਾ। ਪ੍ਰੇਮ ਸ਼ਕਤ ਤੇ ਪ੍ਰਾਣ ਨ ਗਏ। ਮੋਹ ਦੀ ਸ਼ਕਤੀ, ਹਕੀਕੀ ਪ੍ਰੇਮ ਕਾਰਨ ਕਵੀ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪ੍ਰਾਣ ਨਾ ਗਏ। ਕਈ ਸਾਲ ਭੁੱਖਿਆਂ ਹੋਇਆ ਇੱਥੇ ਬੀਤ ਗਏ ਹਨ। ਅਧਿਕ ਇਕਾਗਰਤਾ ਮਨ ਲਏ। ਤੇ ਮਨ ਵਿੱਚ ਇੰਨੀ ਇਕਾਗਰਤਾ ਚਿੱਤ ਇੰਨਾ ਟਿਕਾ ਸਹਿਤ ਇਸ ਮੁਰੀਦ ਮਜਨੂ ਨੇ ਕਰ ਲਿਆ ਹੈ ਸੀ। ਸੁਸ਼ਕ ਖੰਡ ਸੋ ਲਗ ਕਰ ਠਾਂਡੋ। ਖੜਾ ਹੋਇਆ ਖੁੰਡ ਦੇ ਨਾਲ, ਸੁੱਕੇ ਦੇ ਨਾਲ, ਆਪ ਵੀ ਸਰੀਰ ਸੁੱਕ ਗਿਆ, ਨੇਤਰ ਨਾ ਖੋਲੇ, ਅੱਖਾਂ ਐਨ ਜੁੜੀਆਂ ਹੋਈਆਂ ਹਨ। ਲੈਲਾ ਪ੍ਰੇਮ ਭਇਓ ਦ੍ਰਿਗ ਗਾਂਡੋ। ਮਨ ਵਿੱਚ ਹਕੀਕੀ ਪ੍ਰੇਮ ਗਾੜਾ ਹੋਣ ਕਾਰਨ ਇੱਕ ਬਾਢੀ ਤਿਸ ਥਲ ਚੱਲ ਆਇਓ। ਤੇ ਕਈ ਸਾਲ ਲੰਘ ਗਏ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਭਾਈ ਪ੍ਰਾਣਾ ਜੀ ਫਿਰ ਕੋਈ ਸਮਾਂ ਆਇਆ, ਕੋਈ ਲੱਕੜ ਵੱਢਣ ਵਾਲਾ ਜਿਹੜਾ ਸੀ ਸੁੱਕੀ ਲੱਕੜ ਵੇਖ ਕੇ ਨਾ ਖੜੀ ਹੋਈ ਘਾਹ ਵਿੱਚ ਤੇ ਉਹ ਲੱਕੜ ਵੱਢਣ ਵਾਸਤੇ ਆਇਆ। ਜਦ ਜਾਣਿਓ ਕਾਠ ਕੁਠਾਰ ਚਲਾਇਓ। ਇਹ ਉਸੇ ਖੁੰਡ ਦੇ ਨਾਲੇ ਖੜਾ ਹੋਇਆ ਸੀ ਤੇ ਘਾਹ ਬੂਟ ਬਹੁਤ ਹੋਣ ਕਰਕੇ ਪਤਾ ਨਾ ਲੱਗਿਆ ਤੇ ਉਹ ਜਿਹੜਾ ਕੁਹਾੜਾ ਲੈ ਕੇ ਲੱਕੜ ਵੱਢਣ ਆਇਆ, ਉਹਨੇ ਸੁੱਕੀ ਲੱਕੜ ਵੇਖ ਕੇ ਜਦੋਂ ਕੁਹਾੜਾ ਚਲਾ ਦਿੱਤਾ। ਲੱਗਿਓ ਦੇਹ ਮਹਿ ਤਬ ਸੁਧ ਪਾਈ। ਤੇ ਕੁਹਾੜਾ ਜਦੋਂ ਦੇਹ ਵਿੱਚ ਖੋਬਿਆ ਨਾ ਮੁਰੀਦ ਮਜਨੂ ਦੀ, ਤੇ ਫੇਰ ਇਹਨੂੰ ਖਬਰ ਹੋਈ ਵੀ ਮੈਂ ਕਿੱਥੇ ਹਾਂ। ਕਹੋ ਲੈਲਾ ਤੂੰ ਹੈ ਅਬ ਆਈ। ਤੇ ਮੁੱਖੋਂ ਇਹੀ ਬਚਨ ਨਿਕਲੇ ਕਿ ਹੇ ਰਾਜਕੁਮਾਰੀ ਕਹਿ ਕਰਕੇ ਹੁਣ ਤੂੰ ਆ ਪਹੁੰਚੀ ਹੈ ਮੇਰੇ ਪਾਸ। ਪ੍ਰਥਮ ਤਰਾਸ ਕਰ ਪੁਨ ਤਿਸ ਜਾਨਾ। ਤੇ ਜਿਹੜਾ ਲੱਕੜ ਵੱਢਣ ਵਾਲਾ ਸੀ ਇੱਕੋ ਵਾਰੀ ਆਵਾਜ਼ ਸੁਣ ਕੇ ਸੁੱਕੇ ਲੱਕੜ ਚੋਂ ਐਸੀ ਆਵਾਜ਼ ਆਈ ਹੈ
ਤੇ ਕੁਹਾੜਾ ਛੱਡ ਕੇ ਤਰਬ ਕੇ ਪਿੱਛੇ ਡਿੱਗ ਪਿਆ ਹੈ ਮਜਨੂ ਠੰਡੋ ਇਸ ਥਾਨਾ। ਪਰ ਫੇਰ ਖਿਆਲ ਆਇਆ ਵੀ ਇਹ ਤਾਂ ਇੱਥੇ ਹੀ ਖੜਾ ਹੋਇਆ ਹੈ, ਤਾਂ ਮਜਨੂ ਹੈ। ਉਹ ਨਾਮ ਤਾਂ ਇਹਦਾ ਕੈਸ਼ ਸੀ ਖਾਲਸਾ ਜੀ। ਮਜਨੂ ਨਾਮ ਹੁੰਦਾ ਜਿਹੜਾ ਕੋਈ ਮੁਰੀਦ ਕਿਸੇ ਕਾਰਨ ਆਪਦੀ ਸੋਝੀ ਭੁਲਾ ਲਵੇ ਤੇ ਸਰੀਰ ਜੀ ਦਾ ਬਹੁਤ ਦੁਬਲਾ ਪਤਲਾ ਹੋਵੇ, ਉਹਨੂੰ ਮਜਨੂ ਕਹਿ ਦਿੰਦੇ। ਕੋਈ ਨਾਮ ਨਹੀਂ ਹੈ, ਮਜਨੂ ਇੱਕ ਲਕਬ ਹੈ। ਬਹੁਤ ਸਰੀਰ ਜੀ ਦਾ ਦੁਬਲਾ ਪਤਲਾ ਹੋ ਜਾਵੇ ਕਿਸੇ ਕਾਰਨ ਕਰਕੇ, ਉਹਨੂੰ ਮਜਨੂ ਕਹਿ ਦਿੰਦੇ ਆ। ਨਾਮ ਇਹਦਾ ਕੈਸ਼ ਸੀਗਾ ਤੇ ਇਸ ਤਰ੍ਹਾਂ ਇਹ ਅਰਬ ਦੇਸ਼ ਦਾ ਸੀਗਾ। ਇੱਥੇ ਕਵੀ ਜੀਆਂ ਚਾਹੇ ਲਾਹੌਰ ਦਾ ਲਿਖਿਆ ਹੈ ਤੇ ਇਹ ਅਰਬ ਦੇਸ਼ ਦੀ ਇਹ ਕਹਾਣੀ ਵੀ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਪੁਰਾਣਾ ਜੀ, ਉਹ ਲੱਕੜਹਾਰਾ ਇੱਕ ਵਾਰੀ ਡਰਿਆ, ਪਰ ਫਿਰ ਸਿਆਣ ਆਈ ਵੀ ਇਹ ਤਾਂ ਉਹ ਕਿਸੇ ਸਮੇਂ ਖੜਾ ਹੋਇਆ ਮੁਰੀਦ ਮਜਨੂ ਕੈਸ਼ ਨਾਮ ਦਾ ਲੜਕਾ ਹੈ। ਦਈ ਸ਼ਾਹੋ ਕੋ ਸੋਧ ਸੁਨ ਡਰਿਓ। ਲੱਕੜਹਾਰੇ ਨੇ ਜਾ ਖਬਰ ਦਿੱਤੀ ਉਸ ਬਾਦਸ਼ਾਹ ਦੇ ਤਾਈ। ਲੈਲਾ ਕੋ ਭੇਜਣ ਤਬ ਕਰਿਓ। ਤੇ ਫਿਰ ਉਸ ਸਮੇਂ ਸਿਪਾਹੀਆਂ ਸਮੇਤ ਰਾਜਨ ਤੇ ਰਾਜਕੁਮਾਰੀ ਚੱਲ ਕਰਕੇ ਇਸ ਜਗ੍ਹਾ ਮਜਨੂ ਟਿੱਲੇ ਆਣ ਪਹੁੰਚੇ ਸਨਗੇ। ਜਾਏ ਦਰਸ ਜਬ ਆਪਣੋ ਦੀਨੋ। ਤੇ ਜਦੋਂ ਜਾ ਦਰਸ਼ਨ ਦਿੱਤਾ ਰਾਜਕੁਮਾਰੀ ਨੇ ਸਮੇਤ ਰਾਜੇ ਦੇ ਤੇ ਸਮੇਤ ਸਾਰੀ ਫੌਜ ਦੇ ਮਜਨੂ ਦੇ ਤਾਈ। ਪ੍ਰੇਮ ਰੰਗ ਮੈਂ ਸਗਰੋ ਭੀਨੋ। ਤੇ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੇਮਾ ਭਗਤੀ ਰੰਗ ਵਿੱਚ ਇਸ ਸਮੇਂ ਭਿੱਜਿਆ ਹੋਇਆ ਸੀ। ਸਭ ਦੇਸ਼ ਤੇ ਬ੍ਰਿਤ ਇਕੱਠੀ ਕਰਕੇ। ਤੇ ਗੱਲ ਤਾਂ ਬਿਰਤੀ ਦੀ ਆ ਨਾ, ਤੇ ਬਿਰਤੀ ਇਹਦੀ ਇਸ ਪਾਸਿਓਂ ਇਹ ਰਾਜਕੁਮਾਰੀ ਵਾਲੇ ਪਾਸਿਓਂ ਹਟ ਕੇ ਤੇ ਪਰਮੇਸ਼ਰ ਵਿੱਚ ਲੱਗ ਗਈ ਸੀ, ਕਿਉਂਕਿ ਸੁਖ ਨਾਮ ਮਨ ਕੀ ਇਕਾਗਰਤਾ ਕੋ ਜਾਣੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਖਾਲਸਾ ਦੀ ਪੰਕਤੀ ਆਉਂਦੀ ਹੈ, ਨਿਰਪ ਕੰਨਿਆ ਕੇ ਕਾਰਨਿਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਉੱਥੇ ਵੀ ਇੱਕ ਸਾਖੀ ਸੁਣਾਉਂਦੇ ਹੈ। ਕਹਿੰਦੇ ਕੋਈ ਨੌਜਵਾਨ ਸੀਗਾ ਤੇ ਉਹ ਕਿਸੇ ਰਾਜਕੁਮਾਰੀ ਨੂੰ ਵੇਖ ਕੇ ਮਨ ਮੋਹਿਤ ਹੋਇਆ ਤੇ ਕਿਸੇ ਸਾਧੂ ਪਾਸ ਜਾ ਪਹੁੰਚਿਆ ਵੀ ਜੇ ਮੇਰਾ ਵਿਵਾਹ ਇਸ ਰਾਜਕੁਮਾਰੀ ਨਾਲ ਹੋ ਜਾਵੇ। ਸਾਧੂ ਜਾਣਦਾ ਸੀ ਵੀ ਇਹ ਮਨ ਦਾ ਸਾਫ ਸੁਥਰਾ ਹੈ। ਕਹਿੰਦਾ ਤੂੰ ਪਰਮੇਸ਼ਰ ਨੂੰ ਸਿਮਰਨਾ ਕਰੀ ਜਾ, ਨੇਤਰ ਬੰਦ ਕਰਕੇ, ਤੇ ਵੇਖੀ ਸਮਾਂ ਆਉਣ ਤੇ ਤੇਰਾ ਵਿਵਾਹ ਰਾਜਕੁਮਾਰੀ ਨਾਲ ਹੋਵੇਗਾ। ਉਹ ਚੌਂਕੜਾ ਮਾਰ ਕੇ ਐਸਾ ਬੈਠਾ ਖਾਲਸਾ ਜੀ, ਕਾਮਾਰਥੀ ਸਵਾਰਥੀ ਹੈ ਤਾਂ ਸਵਾਰਥ ਸੀਗਾ ਵੀ ਚਲੋ ਮੇਰਾ ਵਿਵਾਹ ਹੋ ਜਾਵੇ ਰਾਜਕੁਮਾਰੀ ਨਾਲ। ਨਾਮ ਤਾਂ ਜਪਦਾ ਸੀ ਕਾਮ ਪਰੇ ਹਰ ਸਿਮਰੀਐ, ਪਰ ਇਹੋ ਜਿਹਾ ਉਹ ਬਿਰਤੀ ਲੱਗੀ, ਉਹਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਕਿਹੜੇ ਕੰਮ ਬੈਠਾ ਸਾਂ। ਉਹ ਸੰਸਾਰ ਦਾ ਜਿਹੜਾ ਰਸ ਹੁੰਦਾ ਨਾ ਖਾਲਸਾ ਜੀ, ਉਸ ਰਸ ਤੋਂ ਆਨੰਦ ਆਉਣੋਂ ਹਟ ਗਿਆ ਜਦੋਂ ਅੰਦਰੋਂ ਹੋਰ ਰਸ ਪੈਦਾ ਹੋ ਗਿਆ। ਮਨ ਜਿਹੜਾ ਸੀ ਖਿਡੌਣੇ ਵਰਗਾ, ਉਹਨੂੰ ਕੋਈ ਚੀਜ਼ ਚਾਹੀਦੀ ਖੇਡਣ ਵਾਸਤੇ। ਪਹਿਲਾਂ ਆਨੰਦ ਆਉਂਦਾ ਸੀਗਾ ਸੰਸਾਰ ਦੇ ਵਿੱਚੋਂ, ਤੋ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦਾ ਸੀ ਵੀ ਮੈਨੂੰ ਸੰਸਾਰ ਦੀ ਪ੍ਰਾਪਤੀ ਹੋ ਜਾਵੇ ਕਿਸੇ ਵਸਤੂ ਦੀ, ਪਰ ਉਹ ਇਹੋ ਜਿਹੀ ਖੇਡ ਵਰਤੀ ਸਿਮਰਨ ਦੇ ਵਿੱਚ, ਐਸਾ ਆਨੰਦ ਆਇਆ, ਇਹੋ ਰਸ ਚਾਖਾ ਉਹ ਰਸ ਨਹੀਂ ਭਾਵਾ। ਇਸੇ ਤਰ੍ਹਾਂ ਹੀ ਮਜਨੂ ਦਾ ਜ਼ਿਕਰ ਆ ਰਿਹਾ ਹੈ। ਕਹਿੰਦੇ ਉਹ ਸਮਾਂ ਪਾ ਕਰਕੇ ਰਾਜਕੁਮਾਰੀ ਦਾ ਤਾਂ ਚੇਤਾ ਹੀ ਭੁੱਲ ਗਿਆ, ਇਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ, ਕਿਉਂਕਿ ਸੁਰਤੀ ਜੁੜੀ ਵਿੱਚ ਕਈ ਵਰੇ ਲੰਘ ਕੇ ਜਦੋਂ ਵਾਸ਼ਨਾ ਮਰ ਜਾਂਦੀਆਂ ਨਾ ਖਾਲਸਾ ਜੀ, ਫਿਰ ਬ੍ਰਹਮ ਗਿਆਨ ਦੀ ਅਵਸਥਾ ਬਹੁਤ ਨੇੜੇ ਹੋ ਜਾਂਦੀ ਹੈ। ਵਾਸ਼ਨਾ ਮਰ ਗਈਆਂ ਕਈ ਸਾਲ ਖੜ੍ਹੇ ਹੋਏ ਦੀਆਂ, ਕੋਈ ਹੋਰ ਸੁੱਧ ਨਾ ਰਹੀ। ਜਿਵੇਂ ਉਹ ਅਜਾਮਲ ਦੀ ਸਾਖੀ ਆਉਂਦੀ ਹੈ ਨਾ, ਅੰਤਲੇ ਸਮੇਂ ਨਾਰਾਇਣ ਬਾਜਾਂ ਦਾ ਪੁੱਤ ਨੂੰ ਮਾਰਦਾ ਸੀਗਾ, ਪਰ ਨਾਰਾਇਣ ਨਾਮ ਪਰਮੇਸ਼ਰ ਦਾ ਵੀ ਹੈ। ਤੇ ਉਹ ਨਾਰਾਇਣ ਕਰਦਾ ਇਹੋ ਜਿਹੀ ਸੁਰਤੀ ਲੱਗੀ, ਇੱਕ ਛੇਣੀ ਨਾਰਾਇਣ ਪਰਮੇਸ਼ਰ ਦਾ ਚੇਤਾ ਆਇਆ ਤੇ ਵਿਵਾਨ ਤੇ ਚੜ੍ਹ ਕੇ ਪਾਪੀ ਅਜਾਮਲ ਵੇਸਵਾਗਾਮੀ ਸਵਰਗ ਨੂੰ ਗਿਆ। ਆ ਜਿਹੜੀ ਗਨਕਾ ਦੀ ਸਾਖੀ ਸੁਣਦੇ ਆ, ਸਾਰੀ ਉਮਰ ਕੋਈ ਢੰਗ ਦਾ ਕੰਮ ਨਹੀਂ ਕੀਤਾ, ਪਰ ਨਿਮਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਅਨੇਕਾਂ ਪਾਪੀਆਂ ਦਾ ਕਲਿਆਣ ਹੋਇਆ ਇੱਕ ਨਿਮਕ ਜਿੱਥੋਂ ਸਮੇਂ ਦੀ ਸ਼ੁਰੂਆਤ ਹੁੰਦੀ ਹੈ। ਇੰਨਾ ਸਮਾਂ ਵੀ ਖਾਲਸਾ ਜੀ ਕੋਈ ਪਰਮੇਸ਼ਰ ਦਾ ਸਿਮਰਨ ਕਰ ਲਏ ਨਾ, ਤੇ ਉਹਦਾ ਵੀ ਉਧਾਰਾ ਹੈ। ਹੁਣ ਇਹ ਜਿਹੜਾ ਮਜਨੂ ਨਾਮੇ ਨੌਜਵਾਨ ਹੈ ਤਾਂ ਇਹ ਰਾਜਕੁਮਾਰੀ ਵਾਸਤੇ ਖੜਾ ਹੋਇਆ, ਪਰ ਬਿਰਤੀ ਇਕਾਗਰ ਹੋਣ ਕਰਕੇ ਇਹੋ ਜਿਹੀ ਗੱਲਬਾਤ ਹੋਈ, ਉਹ ਚੇਤਾ ਹੀ ਭੁੱਲ ਗਿਆ ਵੀ ਕਿਹੜੇ ਕੰਮ ਖੜਾ ਹੋਇਆ। ਪਰਮੇਸ਼ਰ ਦੇ ਨਾਲ ਸੁਰਤੀ ਬਿਰਤੀ ਜੁੜ ਗਈ ਹੈ ਸੀ। ਲੱਗਿਓ ਪਰਮੇਸ਼ਰ ਸੰਗ ਵਿਚਰਕੈ। ਤੇ ਉਹ ਰਾਜਕੁਮਾਰੀ ਦਾ ਖਿਆਲ ਭੁੱਲਿਆ ਹੋਇਆ ਤੇ ਪਰਮੇਸ਼ਰ ਦੇ ਨਾਲ ਬਿਰਤੀ ਇਹਦੀ ਜੁੜ ਚੁੱਕੀ ਹੈ। ਲੈਲਾ ਦਿਸ਼ ਤੇ ਪ੍ਰੇਮ ਉਖਾਰਾ। ਕੋਈ ਪ੍ਰੇਮ ਨਹੀਂ ਰਿਹਾ, ਚਾਹੇ ਰਾਜਕੁਮਾਰੀ ਸਾਹਮਣੇ ਵੀ ਖੜ ਗਈ
ਪਰ ਮਨ ਵਿੱਚ ਕੋਈ ਪ੍ਰੇਮ ਨਾ ਪੈਦਾ ਹੋਇਆ। ਕਿਉਂਕਿ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਉਹ ਪ੍ਰਾਪਤ ਹੋ ਚੁੱਕੀ ਹੈ। ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਸ਼ਰਧਾ ਪ੍ਰੇਮ ਸਿਮਰਨ ਦਾ ਬੀਜ ਫੁੱਟ ਚੁੱਕਿਆ ਹੈ ਪ੍ਰਭ ਸੋ ਲੱਗੀ ਬਿਰਤ ਇੱਕ ਸਾਰਾ। ਤੇ ਪਰਮੇਸ਼ਰ ਨਾਲ ਬਿਰਤੀ ਹੋਣ ਲੱਗ ਚੁੱਕੀ ਇੱਕ ਸਾਰ ਹੀ। ਭਇਓ ਸੰਤ ਪੂਰਨ ਇਸ ਥਾਨ। ਕਹਿੰਦੇ ਇਸੇ ਥਾਂ ਤੇ ਰਹਿ ਕੇ ਉਹ ਕੈਸ਼ ਨਾਮੇ ਨੌਜਵਾਨ ਮਜਨੂੰ ਕਹਿ ਦਿੰਦੇ ਸੰਤ ਬਣ ਗਿਆ। ਇਹੋ ਜਿਹਾ ਪ੍ਰਤਾਪੀ ਸਥਾਨ ਖੜਾ ਹੋਇਆ। ਪਰਮੇਸ਼ਰ ਦੀ ਇਹੋ ਜੀ ਨੇਤ ਦਇਆ ਹੋਈ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਪੂਰਨ ਸੰਤ ਬਣ ਹੋ ਤੁਰਿਆ ਸੀ। ਇਮ ਸਤਿਗੁਰ ਨੇ ਕੀਨ ਬਖਾਨ। ਤੋ ਇਸ ਤਰ੍ਹਾਂ ਖਾਲਸਾ ਜੀ ਭਾਈ ਪੁਰਾਣਾ ਜੀ ਨੂੰ ਮਹਾਰਾਜ ਨੇ ਸਾਰਾ ਮਜਨੂੰ ਟਿੱਲੇ ਦਾ ਪ੍ਰਸੰਗ ਸੁਣਾ ਦਿੱਤਾ ਹੈ। ਸੁਣ ਕਰ ਸਿੱਖਨ ਲਖਿਓ ਪ੍ਰਸੰਗ। ਤੇ ਸਾਰੇ ਸਿੱਖਾਂ ਨੇ ਸੁਣ ਕੇ ਪ੍ਰਸੰਗ ਜਾਣਿਆ। ਇਸ ਮਜਨੂੰ ਟਿੱਲੇ ਦੀਆਂ ਖਾਲਸਾ ਜੀ ਬੜੀਆਂ ਸਾਖੀਆਂ ਨੇ, ਕਾਫੀ ਇਹਦੇ ਨਾਲ ਪ੍ਰਸੰਗ ਜੁੜੇ ਹੋਏ। ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੇਲੇ ਇੱਕ ਸੰਤ ਰਹਿੰਦਾ ਸੀ, ਉਹਦਾ ਨਾਮ ਮਜਨੂੰ ਸੀਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਉਹਦਾ ਉਧਾਰਾ ਕੀਤਾ ਸੀਗਾ। ਮਜਨੂੰ ਨਾਮ ਨਹੀਂ ਸੀ, ਕਿਉਂਕਿ ਮਜਨੂੰ ਤਾਂ ਇੱਕ ਲਕਬ ਹੈ। ਕਿਸੇ ਮੁਰੀਦ ਨੂੰ ਕਿਸੇ ਕਾਰਨ ਕਰਕੇ ਜਿਹੜਾ ਸੁੱਧ ਬੁੱਧ ਭੁੱਲ ਜਾਵੇ, ਕਮਲਾ ਬੌਰਾ ਹੋ ਜਾਵੇ, ਉਹਨੂੰ ਮਜਨੂੰ ਕਹਿੰਦੇ ਆ। ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਇਸ ਸੰਤ ਦੇ ਨਾਲ ਗੋਸ਼ਟ ਕੀਤੀ, ਬ੍ਰਹਮ ਗਿਆਨ ਦੀ ਦਾਤ ਬਖਸ਼ੀ ਸੀ। ਇਸ ਤੋਂ ਇਲਾਵਾ ਹੋਰ ਵੀ ਕਾਫੀ ਪ੍ਰਸੰਗ ਜੁੜੇ ਹੋਏ ਆ ਤੇ ਇੱਥੇ ਕਵੀ ਜੀਆਂ ਇਹ ਪ੍ਰਸੰਗ ਸੁਣਾ ਦਿੱਤਾ ਹੈ ਵੀ ਹਕੀਕੀ ਇਸ਼ਕ ਜਿਹੜਾ ਪਰਮੇਸ਼ਰ ਨੂੰ ਪ੍ਰਾਪਤ ਹੋ ਗਿਆ ਹੈ ਜਾਂ ਜਿਹਨੂੰ ਪਰਮੇਸ਼ਰ ਪ੍ਰਾਪਤ ਹੋ ਗਿਆ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਪੁਰਾਣਾ ਜੀ ਇਹ ਪ੍ਰਸੰਗ ਇਸ ਤਰ੍ਹਾਂ ਹੈ। ਸੁਣ ਕੇ ਸਾਰੇ ਸਿੱਖਾਂ ਨੇ ਜਾਣਿਆ ਮਜਨੂੰ ਟਿੱਲਾ ਇਹਨੂੰ ਕਿਉਂ ਆਖਦੇ ਹਨ। ਪਰ ਵਾਸਤਵ ਵਿੱਚ ਖਾਲਸਾ ਜੀ ਇਹ ਸਮਝਣਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਇੱਕ ਸਾਧੂ ਹੋਇਆ ਤੇ ਉਸੇ ਦਾ ਉਧਾਰਾ ਕੀਤਾ ਸੀ ਸਾਹਿਬ ਮਹਾਰਾਜ ਨੇ। ਉਹ ਨਾਮ ਉਹਦਾ ਵੀ ਹੋਰ ਸੀ, ਪਰ ਪਰਮੇਸ਼ਰ ਦੀ ਯਾਦ ਵਿੱਚ ਸੁੱਧ ਬੁੱਧ ਭੁੱਲ ਹੋਣ ਕਰਕੇ ਉਹਨੂੰ ਲੋਕ ਮਜਨੂੰ ਨਾਮ ਕਮਲੇ ਦਾ, ਉਹਨੂੰ ਕਮਲਾ ਆਖਿਆ ਕਰਦੇ ਸੀ ਵੀ ਮਜਨੂੰ ਹੋ ਗਿਆ, ਭਾਵ ਸੁੱਧ ਬੁੱਧ ਭੁੱਲ ਗਈ ਹੈ, ਬੌਰਾ ਹੋ ਗਿਆ, ਝੱਲਾ ਹੋ ਗਿਆ, ਇਸ ਤਰ੍ਹਾਂ। ਤੋ ਉਹਦਾ ਉਧਾਰਾ ਮਹਾਰਾਜ ਨੇ ਕੀਤਾ ਸੀ। ਮਜਨੂੰ ਟਿੱਲਾ ਬਣਾ ਕੇ ਰਹਿੰਦਾ ਹੁੰਦਾ ਸੀ ਇੱਥੇ ਉਹ ਪੁਰਾਣਾ ਸੰਤ, ਇਸ ਤਰ੍ਹਾਂ ਸਮਝਣਾ ਹੈ। ਹੁਣ ਤਿਸ ਬਲ ਬਾਥਲ ਤੇ ਚੜੇ ਤੁਰੰਗ। ਇਸ ਤੋਂ ਬਾਅਦ ਮਹਾਰਾਜ ਉਹ ਕੰਢੇ ਨਦੀ ਤੇ ਤੋਂ ਚੜ ਬੈਠੇ, ਆਪਣੇ ਘੋੜੇ ਉੱਪਰ ਚਾਲਾ ਪਾ ਦਿੱਤਾ ਹੈ। ਆਨ ਬਿਰਾਜੇ ਆਪਣੇ ਡੇਰੇ। ਤੇ ਆਪਣੇ ਡੇਰੇ ਮਜਨੂੰ ਟਿੱਲੇ ਮਹਾਰਾਜ ਜੀ ਆਣ ਬਿਰਾਜਮਾਨ ਹੋਏ। ਖਾਨ ਪਾਨ ਨਿਸ ਕਰਿਓ ਬਸੇਰੇ। ਰਾਤ ਪੈ ਗਈ ਹੈ ਤੇ ਛਕਣਾ ਛਕਾਉਣਾ ਕੀਤਾ, ਲੰਗਰ ਤਿਆਰ ਹੋਏ ਆ, ਪੰਗਤਾਂ ਬਣੀਆਂ, ਛਕਿਆ ਹੈ। ਦੋਹਰਾ ਭਇਓ ਦਿਵਸ ਪੁਨ ਸਤਿਗੁਰੂ। ਰਾਤ ਬਤੀਤ ਹੋਣ ਤੋਂ ਬਾਅਦ ਜਦੋਂ ਦਿਨ ਚੜ੍ਹਿਆ, ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੋ ਚਾਹੋ ਬੁਲਾਏ ਪਾਸ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਬਾਦਸ਼ਾਹ ਜਹਾਂਗੀਰ ਨੇ ਘਰੇ ਸੱਦਿਆ, ਆਪਣੇ ਮਹਿਲ ਵਿੱਚ ਸੱਦਾ ਭੇਜਿਆ ਹੈ। ਚੜ ਤੁਰੰਗ ਪਹੁੰਚੇ ਤਬਹਿ। ਗੁਰੂ ਗਰੀਬ ਨਵਾਜ ਸੋਹਣੇ ਸੁੰਦਰ ਘੋੜੇ ਤੇ ਚੜ੍ਹ ਕੇ ਸੂਰਮਿਆਂ ਦੇ ਨਾਲ ਰਾਜੇ ਜਹਾਂਗੀਰ ਦੇ ਮਹਿਲ ਪਹੁੰਚੇ ਹਨ। ਬੈਠੇ ਰੁਚਰ ਆਵਾਸ। ਜਿੱਥੇ ਬਾਦਸ਼ਾਹ ਜਹਾਂਗੀਰ ਸੋਹਣੇ ਘਰ ਮੰਦਰ ਵਿੱਚ ਮਹੱਲ ਵਿੱਚ ਬੈਠਾ ਹੋਇਆ। ਚੌਪਈ ਚੰਦਨ ਚੌਂਕੀ ਚਾਰ ਚਕੋਨੀ। ਹਾਂ, ਬਾਦਸ਼ਾਹ ਨੇ ਮਹਾਰਾਜ ਵਾਸਤੇ ਸੋਹਣੀ ਚੌਂਕੀ ਚੰਦਨ ਦੀ ਬਣੀ ਹੋਈ, ਬੇਸ਼ਕੀਮਤੀ ਸੋਨੇ ਨਾਲ ਮੜੀ ਹੋਈ ਡਸਾ ਦਿੱਤੀ ਹੈ। ਸੁਜਨੀ ਸੇਤ ਛਾਦ ਕਰ ਲੋਨੀ। ਤੇ ਬੜੇ ਸੁੰਦਰ ਚਿੱਟੇ ਬਸਤਰ ਦੇ ਨਾਲ ਚੌਂਕੀ ਮਹਾਰਾਜ ਦੇ ਸਜਣ ਵਾਸਤੇ ਉਹਦੀ ਵਿਛਾਈ ਕੀਤੀ ਹੈ। ਤਿਸ ਉੱਪਰ ਸਨਮਾਨ ਬਿਠਾਏ। ਤੇ ਬਾਦਸ਼ਾਹ ਜਹਾਂਗੀਰ ਨੇ ਹੱਥ ਜੋੜ ਕੇ ਹਜ਼ੂਰ ਨੂੰ ਬੇਨਤੀ ਕਰਕੇ ਚੰਦਨ ਦੀ ਚੌਂਕੀ ਤੇ ਬਿਠਾ ਲਿਆ। ਬੰਦਹਿ ਸ਼ਾਹੋ ਸਹਿਤ ਸਮੁਦਾਏ। ਜਿੰਨੀ ਬਾਦਸ਼ਾਹ ਦੀ ਸਭਾ ਹੈ ਸਮੇਤ ਜਹਾਂਗੀਰ ਦੇ ਸਾਰੇ ਮਹਾਰਾਜ ਦੇ ਚਰਨੀ ਝੁਕ ਕੇ ਨਮਸਕਾਰ ਕਰਦੇ ਆ। ਸੰਤਨ ਪੀਰਨ ਅਨੇਕ ਪ੍ਰਸੰਗ। ਤੇ ਬਾਦਸ਼ਾਹ ਮਹਾਰਾਜ ਦੇ ਚਰਨੀ ਲੱਗਾ। ਇੱਥੇ ਸੰਤਾਂ ਮਹਾਂਪੁਰਖਾਂ ਦੇ ਬੜੇ ਪ੍ਰਸੰਗ ਚੱਲ ਪਏ ਹਨ। ਸੰਤਾਂ ਮਹਾਂਪੁਰਖਾਂ ਦੀਆਂ ਸਾਖੀਆਂ ਕੁਝ ਸੁਣਦੇ ਆ, ਕੁਝ ਸੁਣਾਉਂਦੇ ਹਨ। ਕਹੇ ਸੁਨੇ ਹਜ਼ਰਤ ਗੁਰ ਸੰਗ। ਬਾਦਸ਼ਾਹ ਨੇ ਮਹਾਰਾਜ ਨਾਲ ਬੜੇ ਤਰ੍ਹਾਂ ਦੇ ਪ੍ਰਸੰਗ ਕਹੇ ਤੇ ਸੰਤਾਂ ਮਹਾਂਪੁਰਖਾਂ ਦੀਆਂ ਨਾਮ ਰਸੀਆਂ ਦੀਆਂ ਕਥਾ ਕਹਾਣੀਆਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਬਾਦਸ਼ਾਹ ਨੂੰ ਸੁਣਾਈਆਂ ਹਨ। ਬਚਨ ਬਿਲਾਸ ਹੁਲਾਸਤ ਕਰੇ। ਬੜੇ ਖੁਸ਼ ਹੋ ਕਰਕੇ ਨਾ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦੂਜੇ ਨਾਲ ਬਚਨ ਬਿਲਾਸ ਕਰ ਰਹੇ ਵੈ। ਦਹ ਦਿਸ ਰਸ ਵਿਸਾਲ ਮਹਿ ਟਰੇ। ਤੇ ਚਾਰ ਚਫੇਰੇ ਜਿੰਨੇ ਬਾਦਸ਼ਾਹ ਦੇ ਅਹਿਲਕਾਰ ਉਮਰਾਵ ਵਜ਼ੀਰ ਅਮੀਰ ਹੈ
ਸਾਰੇ ਹੀ ਮਹਾਰਾਜ ਦੇ ਸੁੰਦਰ ਬਚਨ ਸੁਣ ਸੁਣ ਕੇ ਤੇ ਆਨੰਦ ਰਸ ਵਿੱਚ ਢਲ ਰਹੇ ਹਨ। ਪੁਨ ਸ੍ਰੀ ਹਰਗੋਬਿੰਦ ਉਚਾਰਿਓ। ਫਿਰ ਗੁਰੂ ਸਾਹਿਬ ਮਹਾਰਾਜ ਜੀਆਂ ਬਾਦਸ਼ਾਹ ਨੂੰ ਇਸ ਤਰ੍ਹਾਂ ਆਖਿਆ ਵੈ, ਗਮਨ ਸੁਧਾਸਰ ਹਮ ਚਿਤ ਧਾਰਿਓ। ਹੇ ਬਾਦਸ਼ਾਹ ਰਾਜਨ, ਸਾਡਾ ਹੁਣ ਚਿੱਤ ਧਾਰਦਾ ਭਾਵ ਅਸੀਂ ਮਨ 'ਚ ਸੋਚਦੇ ਆਂ ਵੀ ਹੁਣ ਕਿਉਂ ਨਾ ਅਸੀਂ ਅੰਮ੍ਰਿਤਸਰ ਸਾਹਿਬ ਵਾਪਸ ਚਲੇ ਜਾਈਏ, ਕਿਤਕ ਮਾਸ ਬੀਤੇ ਇਤ ਆਏ। ਕਿਉਂਕਿ ਕਈ ਮਹੀਨੇ ਹੀ ਸਾਨੂੰ ਇੱਥੇ ਦਿੱਲੀ ਆਇਆਂ ਨੂੰ ਲੰਘ ਚੁੱਕੇ ਆ ਪੀਛੇ ਸਿਖ ਸੰਗਤ ਤੇ ਅਕੁਲਾਏ। ਸਾਡੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਹੈ ਅੰਮ੍ਰਿਤਸਰ ਸਾਹਿਬ। ਜਦੋਂ ਦਰਸ਼ਨ ਨਹੀਂ ਹੁੰਦੇ ਤੇ ਸਿੱਖ ਬੜੇ ਵਿਆਕੁਲ ਹੁੰਦੇ ਹਨ। ਸੁਨਤ ਸਾਹੋ ਕਹਿ ਮਮ ਅਭਿਲਾਖਾ। ਤੇ ਸੁਣ ਕੇ ਬਾਦਸ਼ਾਹ ਜਹਾਂਗੀਰ ਕਹਿੰਦਾ, ਜੀ ਸਤਿਗੁਰੂ ਜੀ ਮਹਾਰਾਜ ਉਸ ਤਰ੍ਹਾਂ ਮੇਰੇ ਵੀ ਮਨ ਦਾ ਇਹ ਫੁਰਨਾ ਹੈ ਪੁਰ ਕਸ਼ਮੀਰ ਚੱਲੋ ਚਿਤ ਰਾਖਾ। ਵੀ ਮੇਰੇ ਨਾਲ ਮਨ 'ਚ ਫੁਰਨਾ ਵੀ ਮੈਂ ਕਸ਼ਮੀਰ ਜਾਣਾ ਹੈ ਮਹਾਰਾਜ ਜੀ, ਤੇ ਮੇਰੀ ਇਹ ਇੱਛਾ ਵੀ ਚਲੋ ਮੈਂ ਪੰਜਾਬ ਵਿੱਚ ਦੀ ਹੋ ਕੇ ਚਲਾ ਜਾਵਾਂ, ਤੁਹਾਡੇ ਸੱਚੇ ਪਾਤਸ਼ਾਹ ਜੀ ਨਾਲ ਹੋਰ ਸੰਗਤ ਹੋ ਜਾਵੇਗੀ, ਨਾਲੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਚੱਲੈ ਸੰਗ ਹੀ ਮਾਝੇ ਦੇਸ। ਵੀ ਮਾਝੇ ਦੇਸ਼ ਤੀਕਰ ਮਹਾਰਾਜ ਮੈਂ ਤੁਹਾਡੇ ਨਾਲ ਹੀ ਚੱਲਾਂਗਾ ਅੰਮ੍ਰਿਤਸਰ ਸਾਹਿਬ ਤੀਕਰ, ਉਦੋਂ ਗਾਂ ਫਿਰ ਮੈਂ ਕਸ਼ਮੀਰ ਨੂੰ ਤੁਰ ਜਾਵਾਂਗਾ। ਦਰਸ ਆਪ ਕੋ ਹੋਏ ਹਮੇਸ਼। ਨਾਲੇ ਮੈਨੂੰ ਹਮੇਸ਼ਾ ਤੁਹਾਡਾ ਦਰਸ਼ਨ ਹੁੰਦਾ ਰਹੇਗਾ। ਆਜ ਮਹੂਰਤ ਕੋ ਦਿਖਰਾਵਾਂ। ਤੇ ਬਾਦਸ਼ਾਹ ਜਿਵੇਂ ਕਰਦੇ ਹੁੰਦੇ, ਕਹਿੰਦਾ ਮਹਾਰਾਜ ਮੈਂ ਮਹੂਰਤ ਕਢਵਾ ਲਵਾਂ ਵੀ ਅੱਜ ਦਾ ਸਮਾਂ ਕੈਸਾ ਹੈ। ਨਹੀਂ ਬਿਲਮ ਤਿਤ ਤੁਰਤ ਸਿਧਾਵਾਂ। ਉਹ ਵਹਿਮ ਦੀ ਨਿਮਰਤੀ ਵਾਸਤੇ ਕਹਿੰਦਾ ਵੀ ਮਹਾਰਾਜ ਮੈਂ ਵੇਖ ਲਵਾਂ ਵੀ ਤੁਰਨ ਵਾਸਤੇ ਸਮਾਂ ਚੰਗਾ ਹੈ ਮੇਰੇ ਵਾਸਤੇ, ਫਿਰ ਜੇ ਮਹੂਰਤ ਨਿਕਲ ਗਿਆ ਤੇ ਆਪਾਂ ਛੇਤੀ ਤੁਰ ਪੈਣਾ, ਕੋਈ ਬਹੁਤਾ ਸਮਾਂ ਨਹੀਂ ਲਾਵਾਂਗੇ। ਸਤਿਗੁਰ ਬੈਠੇ ਤਬਹਿ ਬੁਲਾਇਓ। ਤੇ ਸੱਚੇ ਪਾਤਸ਼ਾਹ ਜੀ ਦੇ ਬੈਠਿਆਂ ਹੋਇਆਂ ਖਾਲਸਾ ਜੀ ਨੇ ਉਹ ਕੋਈ ਜਿਹੜਾ ਜੋਤਸ਼ੀ ਜਾਂ ਨਜੂਮੀ ਹੁੰਦੇ ਇਹਨਾਂ ਦੇ, ਬਾਦਸ਼ਾਹ ਨੇ ਬੁਲਾ ਲਿਆ ਆਪਣੇ ਪਾਸ। ਸੋਧ ਮਹੂਰਤ ਤਾਹੇ ਬਤਾਇਓ। ਕਹਿੰਦਾ ਦੱਸੋ ਮੈਨੂੰ ਨਜੂਮੀ ਜੀ ਕੋਈ ਮਹੂਰਤ ਸੋਧ ਕੇ ਵੀ ਮੇਰਾ ਕਦੋਂ ਤੁਰਨਾ ਚੰਗਾ ਰਹੇਗਾ। ਤ੍ਰੋਦਸ ਵੀਰਵਾਰ ਹੈ ਪਰਸੋਂ। ਉਹ ਦੱਸਦਾ ਬਾਦਸ਼ਾਹ ਤ੍ਰੋਦਸ ਭਾਵ 13ਵੀਂ ਥਿੱਤ ਹੈ ਤੇ ਵੀਰਵਾਰ ਦਾ ਦਿਨ ਪਰਸੋਂ ਹੈ। ਕਰਹੁ ਪਿਆਨਾ ਤਬ ਦਿਨ ਬਰਸੋ। ਉਹ ਚੰਗਾ ਦਿਨ ਹੈ ਬਾਦਸ਼ਾਹ ਤੁਹਾਡੇ ਤੇ ਤੁਹਾਡੀ ਫੌਜ ਵਾਸਤੇ, ਤੁਹਾਨੂੰ ਉਸ ਦਿਨ ਤੁਰ ਪੈਣਾ ਚਾਹੀਦਾ ਹੈ। ਸੁਨਿਓ ਸਭਿਨ ਕੀਨਸ ਨਿਜ ਤਿਆਰੀ। ਸਾਰਿਆਂ ਸੁਣ ਕੇ ਫੌਜਦਾਰਾਂ ਨੇ ਆਪਣੀ ਤਿਆਰੀ ਆਰੰਭ ਦਿੱਤੀ ਵੀ ਹੁਣ ਅੰਮ੍ਰਿਤਸਰ ਸਾਹਿਬ ਬਾਦਸ਼ਾਹ ਦੇ ਨਾਲ ਜਾਵਾਂਗੇ। ਜਬ ਹਜਰਤ ਨਿਸ਼ਟੈ ਮਤ ਧਾਰੀ। ਜਦੋਂ ਬਾਦਸ਼ਾਹ ਨੇ ਮੱਚ ਵਿੱਚ ਨਿਹਚਾ ਕਰ ਲਿਆ ਨਾ ਵੀ ਪਰਸੋਂ ਵੀਰਵਾਰ ਨੂੰ ਅਸੀਂ ਚਾਲਾ ਪਾਉਣਾ, ਇੱਥੋਂ ਤੁਰ ਜਾਣਾ ਅੰਮ੍ਰਿਤਸਰ ਜਾਂ ਕਸ਼ਮੀਰ ਵੱਲੇ। ਸ੍ਰੀ ਸਤਿਗੁਰ ਡੇਰੇ ਚੱਲ ਆਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਦੱਸ ਦਿੱਤਾ ਪਾਤਸ਼ਾਹ ਮਹਾਰਾਜ ਪਰਸੋਂ ਵੀਰਵਾਰ ਆਪਾਂ ਚਾਲਾ ਪਾ ਦਈਏ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਤੇ ਇੱਥੇ ਆਪਣਾ ਜਿਹੜਾ ਮਜਨੂ ਟਿੱਲਾ ਹੈ ਇੱਥੇ ਆਪਣੇ ਡੇਰੇ ਆ ਗਏ ਹਨ। ਬ੍ਰਿਧ ਆਧਿਕ ਕੋ ਕਹਿ ਸਮਝਾਏ। ਤੇ ਹਜ਼ੂਰ ਨੇ ਦੱਸ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਆਪਾਂ ਅੰਮ੍ਰਿਤਸਰ ਸਾਹਿਬ ਚਾਲਾ ਪਾ ਦੇਣਾ ਪਰਸੋਂ ਦੇ ਤੱਕ। ਸੁਣਿਓ ਸੁਧਾਸਰ ਕੋ ਜਬ ਪਿਆਨਾ। ਜਦੋਂ ਇੱਥੇ ਜਿੰਨੇ ਸਿੱਖ ਸੂਰਮੇ ਆਏ ਹੋਏ ਆ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਤੇ ਸੁਣਿਆ ਜਦੋਂ ਵੀ ਹੁਣ ਅੰਮ੍ਰਿਤਸਰ ਸਾਹਿਬ ਨੂੰ ਤਿਆਰੀ ਹੈ, ਮਹਾਰਾਜ ਨੇ ਕਰ ਦਿੱਤਾ ਕੌਤਕ ਸਾਰਾ ਤੇ ਕੰਮ ਨਿਬੜ ਗਿਆ ਦਿੱਲੀ ਦਾ, ਹੁਣ ਅੰਮ੍ਰਿਤਸਰ ਸਾਹਿਬ ਚਾਲਾ ਪਾਉਣਾ ਹੈ। ਸਤਿਗੁਰ ਕੇ ਨਰ ਆਨੰਦ ਮਹਾਨਾ। ਤੇ ਸਾਰੇ ਜਿਹੜੇ ਗੁਰਮੁਖ ਪਿਆਰੇ ਬੜੀ ਖੁਸ਼ੀ ਕਰਦੇ ਐ, ਸਾਰੇ ਸਿੱਖ ਬਹੁਤ ਪ੍ਰਸੰਨ ਹੋ ਰਹੇ ਹਨ। ਤਬ ਹਰਦਾਸ ਪਾਸ ਚੱਲ ਆਇਓ। ਇਹਨੇ ਨੂੰ ਸਾਧ ਸੰਗਤ ਜੀ ਗਵਾਲੀਅਰ ਕਿਲੇ ਦਾ ਜਿਹੜਾ ਦਰੋਗਾ ਸੀ ਨਾ ਹਰਦਾਸ, ਇਹ ਮਹਾਰਾਜ ਪਾਸ ਚੱਲ ਆਇਆ ਹੈ। ਪਦ ਅਰਬਿੰਦਨ ਪਰ ਲਪਟਾਇਓ। ਆ ਕੇ ਡੰਡੇ ਵਾਂਗੂ ਧਰਤੀ ਤੇ ਡਿੱਗ ਪਿਆ, ਮਹਾਰਾਜ ਦੇ ਚਰਨੀ ਚੰਬੜ ਗਿਆ ਹੈ। ਤਬ ਸਤਿਗੁਰ ਬਹੁ ਕਰੁਣਾ ਕਰੀ। ਗੁਰੂ ਹਰਗੋਬਿੰਦ ਸਾਹਿਬ ਦੀਆਂ ਹਰਦਾਸ ਤੇ ਬੜੀ ਕਿਰਪਾ ਕੀਤੀ ਹੈ। ਹਿਰਦੇ ਅਵਿਦਿਆ ਤਿਸ ਕੀ ਹਰੀ। ਮਹਾਰਾਜ ਨੇ ਉਹਦੇ ਹਿਰਦੇ ਚ ਅਵਿਦਿਆ ਦਾ ਜਾਂ ਅਗਿਆਨ, ਅਵਿਦਿਆ ਮੈਲ ਜਿਹੜੀ ਹੈ ਅਗਿਆਨਤਾ ਸਾਰੀ ਨਾਸ਼ ਕਰ ਦਿੱਤੀ ਵੈ। ਸਤ ਨਾਮ ਸਿਮਰਹੁ ਲਿਵ ਲਾਈ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਦਰੋਗੇ ਹਰਦਾਸ ਲਿਵ ਲਾ ਕੇ ਸਦਾ ਪਰਮੇਸ਼ਰ ਦੇ ਨਾਲ। ਮਮ ਮੂਰਤ ਧਰ ਧਿਆਨ ਬਨਾਈ। ਤੇ ਸਦਾ ਸਾਡਾ ਧਿਆਨ ਧਰਨਾ ਹੈ, ਸਰਗੁਣ ਸਰੂਪ ਦੀ ਮੂਰਤ ਭਾਵ ਸਾਡੇ ਸਰੂਪ ਦਾ ਧਿਆਨ ਧਰਿਆ ਕਰ। ਰਹੋ ਗਵਾਲੀਅਰ ਮਹਿ ਅਬ ਜਾਏ। ਤੇ ਹੁਣ ਜਾ ਕੇ ਗਵਾਲੀ ਰਾਵ ਦੀ ਡਿਊਟੀ ਪਹਿਰਾ ਸਾਂਭ ਤੇ ਉੱਥੇ ਰਹਿ ਕੇ ਇਸ਼ਨਾਨ ਪਾਣ ਕਰਨਾ ਹੈ ਅੰਮ੍ਰਿਤ ਵੇਲੇ। ਵਾਹਿਗੁਰੂ 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 ਸਿਮਰਨ ਕਰਨਾ ਹੈ, ਨਾਮ ਜਪਣਾ ਹੈ,
ਤੇ ਨਾਲ ਹੀ ਸਾਡਾ ਧਿਆਨ ਵੀ ਧਾਰਿਆ ਕਰਨਾ ਹੈ। ਦੋਹ ਲੋਕਨ ਮਹਿ ਬਹੁ ਸੁਖ ਪਾਏ। ਤੂੰ ਦੋਹਾਂ ਲੋਕਾਂ ਵਿੱਚ ਸੁਖ ਪ੍ਰਾਪਤ ਕਰੇਗਾ, ਬੜਾ ਆਨੰਦ ਮਾਣਿਆ ਕਰੇਗਾ। ਸੰਕਟ ਪਰੇ ਸਿਮਰ ਔਰ ਸਾਦਰ। ਤੇ ਇਸ ਤਰ੍ਹਾਂ ਕਿਤੇ ਬਿਪਤਾ ਪਈ ਤੇ ਸਾਨੂੰ ਸਿਮਰ ਲਿਆ ਕਰੀ ਬੜੇ ਆਦਰ ਦੇ ਨਾਲ, ਜਾਂ ਕਹਿ ਲਓ ਸ਼ਰਧਾ ਦੇ ਨਾਲ। ਜੇ ਕਿਤੇ ਤੇਰੇ ਤੇ ਬਿਪਤਾ ਪੈ ਜਾਵੇ ਨਾ ਹਰਦਾਸ ਦਰੋਗੇ, ਜਿੱਥੇ ਵੀ ਸਾਨੂੰ ਤੂੰ ਯਾਦ ਕਰਿਆ ਕਰੇਗਾ। ਤਤ ਛਿਨ ਹਮ ਹੋਵੈ ਤੁਮ ਹਾਦਰ। ਤੇ ਨਿਹਚਾ ਧਾਰ ਕੇ ਜਦੋਂ ਯਾਦ ਕਰੇਗਾ, ਉੱਥੇ ਹੀ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ। ਅਪਰ ਨਰਨ ਕੋ ਸਿੱਖੀ ਦੀਜੈ। ਤੇ ਆਪ ਤਾਂ ਸਿੱਖ ਬਣਨਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਹੋਰਾਂ ਨੂੰ ਵੀ ਪ੍ਰੇਰਨਾ ਕਰਨੀ, ਵੱਧ ਤੋਂ ਵੱਧ ਬਾਣੀ ਪੜ੍ਹਾਉਣੀ ਹੈ, ਬਾਣੀ ਦਾ ਪ੍ਰਚਾਰ ਕਰਨਾ ਹੈ, ਤੇ ਹੋਰਾਂ ਨੂੰ ਵੀ ਸਿੱਖੀ ਬਾਰੇ ਪ੍ਰੇਰਨਾ ਹੈ। ਪਰਮੇਸ਼ਰ ਦੀ ਸਿਮਰਨ ਬੰਦਗੀ ਦੀਆਂ ਗੱਲਾਂ ਹੀ ਕਰਨੀਆਂ, ਕੱਚੀ ਪਿੱਲੀ ਗੱਲ ਨਹੀਂ ਕਰਨੀ ਕਿਸੇ ਨਾਲ। ਤੇ ਸਦਾ ਆਸੇ ਪਾਸੇ ਦੇ ਲੋਕਾਂ ਨੂੰ ਵੀ ਨਾਮ ਸਿਮਰਨ ਦੇ ਨਾਲ ਜੋੜਨਾ ਹੈ। ਕਰ ਸੰਗਤ ਮਿਲ ਗੁਰੂ ਜਪੀਜੈ। ਤੇ ਸੰਗਤ ਕਾਇਮ ਕਰ ਗਵਾਲੀਅਰ ਵਿੱਚ, ਉੱਥੇ ਸੰਗਤ ਕਾਇਮ ਕਰ, ਆਪਦੇ ਸਿਪਾਹੀ ਹੋਰ ਜਿਹੜੇ ਤੇਰੇ ਮੰਨਦੇ ਆ ਉਹਨਾਂ ਨੂੰ ਨਾਮ ਜਪਾ, ਆਪ ਹੋਰਾਂ ਨੂੰ ਵੀ ਨਾਮ ਜਪਾ। ਸੰਗਤ ਕਾਇਮ ਕਰ ਗਵਾਲੀਅਰ ਦੇ ਕਿਲੇ ਵਿੱਚ। ਜਥਾ ਨਿਕਟ ਅਬ ਦਰਸ਼ਨ ਕਰੈ। ਜਿਵੇਂ ਤੂੰ ਸਾਡੇ ਹੁਣ ਸਾਹਮਣੇ ਖੜ ਕੇ ਦਰਸ਼ਨ ਪ੍ਰਤੱਖ ਕਰ ਰਿਹਾ ਹੈ, ਤਥਾ ਮਹਾ ਫਲ ਸੰਮਤ ਤਰੈ। ਤੇ ਜੇ ਕਿਤੇ ਸਾਡੇ ਅਨੁਸਾਰ ਰਵੇਂ ਨਾ, ਤੂੰ ਨਾਮ ਸਿਮਰਨ ਜਪਿਆ ਕਰੇ ਤੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਨਾ ਛੱਡੀ, ਅੰਮ੍ਰਿਤ ਵੇਲੇ ਨਾਮ ਸਿਮਰਨ ਨਾ ਛੱਡੀ, ਵਾਹਿਗੁਰੂ ਸਿਮਰਨ ਕਰੀ, ਸਾਡਾ ਧਿਆਨ ਧਰੀ। ਤੇਰੇ ਨਾਲ ਵਾਅਦਾ ਕਰਦੇ ਹਾਂ ਦਰੋਗੇ ਹਰਦਾਸ, ਜਿਵੇਂ ਹੁਣ ਤੂੰ ਸਾਡੇ ਦਰਸ਼ਨ ਕਰ ਰਿਹਾ ਨਾ ਸਾਹਮਣੇ ਖੜ ਕੇ, ਤੈਨੂੰ ਸਦਾ ਦਰਸ਼ਨ ਦੇ ਕੇ ਨਿਹਾਲ ਕਰਦੇ ਰਹਾਂਗੇ। ਸੁਨ ਔਰ ਪ੍ਰੇਮ ਬਿਲੋਚਨ ਭਰੇ। ਸੁਣ ਕੇ ਨਾ ਦਰੋਗੇ ਹਰਦਾਸ ਦੇ ਨੇਤਰਾਂ ਦੇ ਵਿੱਚ ਜਲ ਆ ਗਿਆ, ਤੇ ਮਨ ਵਿਰਾਗੀ ਹੋ ਗਿਆ ਵੀ ਮਹਾਰਾਜ ਨੇ ਕਿੱਡੀ ਮੇਰੇ ਪਾਪੀ ਤੇ ਦਇਆ ਕੀਤੀ ਹੈ। ਗੁਰ ਵਿਛਰਨ ਤੇ ਦੁਖ ਬਹੁ ਕਰੇ। ਬਾਕੀ ਦੁੱਖ ਬੜਾ ਕਰਦਾ ਹਰਦਾਸ, ਬੜਾ ਸ਼ਰਧਾਲੂ ਹੈ ਮਹਾਰਾਜ ਦਾ। ਕਹਿੰਦਾ ਮਹਾਰਾਜ ਆਪ ਜੀ ਅੰਮ੍ਰਿਤਸਰ ਸਾਹਿਬ ਚੱਲ ਜਾਣਾ, ਤੇ ਕਿਵੇਂ ਦਰਸ਼ਨ ਹੋਣਗੇ, ਤੁਹਾਡਾ ਵਿਛੋੜਾ ਸਹਿਣਾ ਔਖਾ ਹੈ। ਹਜ਼ੂਰ ਕਹਿੰਦੇ ਦਰੋਗੇ ਹਰਦਾਸ, ਇਸ਼ਨਾਨ ਕਰਕੇ ਨਾ ਅੰਮ੍ਰਿਤ ਵੇਲੇ ਨਾਮ ਜਪਿਆ ਕਰ, ਤੇ ਧਿਆਨ ਧਾਰੀ ਸਾਡਾ। ਜਿੱਥੇ ਅਰਦਾਸ ਕਰੇਗਾ ਨਾ ਸ਼ਰਧਾ ਨਾਲ, ਅਸੀਂ ਉੱਥੇ ਹੀ ਹਾਜ਼ਰ ਹੋ ਜਾ ਕਰਾਂਗੇ, ਚਿੰਤਾ ਨਾ ਕਰੀ ਕਿਸੇ ਤਰ੍ਹਾਂ ਦੀ। ਤੋ ਇਸ ਤਰ੍ਹਾਂ ਮਹਾਰਾਜ ਨੇ ਇਹਨੂੰ ਜਿਹੜਾ ਵੈ ਵਰਦਾਨ ਦਿੱਤਾ ਹੈ, ਨਾਮ ਦੀਆਂ ਦਾਤਾਂ ਬਖਸ਼ੀਆਂ ਹਨ। ਦੇ ਗੁਰ ਧੀਰ ਵਿਦਾ ਕਰ ਦੀਨੋ। ਗਰੀਬ ਨਵਾਜ ਧੀਰਜ ਦੇ ਕੇ ਤੇ ਹਰਦਾਸ ਨੂੰ ਵਿਦਾ ਕਰ ਦਿੱਤਾ ਹੈ। ਧਰ ਔਰ ਮੂਰਤ ਪਿਆਨਾ ਕੀਨੋ। ਤੇ ਮਨ ਵਿੱਚ ਗੁਰੂ ਦੀ ਮੂਰਤੀ ਧਾਰ ਕੇ, ਮਹਾਰਾਜ ਦਾ ਧਿਆਨ ਧਾਰ ਕੇ ਚਲਾ ਗਿਆ ਹਰਦਾਸ ਗਵਾਲੀਅਰ ਨੂੰ। ਜੀਵਤ ਰਹਿਓ ਸਿਮਰ ਤਬ ਗੁਰ ਕੋ। ਤੋ ਕਵੀ ਜੀ ਅੱਗੇ ਦੱਸਦੇ, ਕਹਿੰਦੇ ਇਹ ਜਿੰਨਾ ਸਮਾਂ ਜਿਉਂਦਾ ਰਿਹਾ ਨਾ, ਜਿੰਨੀ ਇਹਨੇ ਉਮਰ 10-20 ਸਾਲ ਹੋਰ ਭੋਗੀ, 30 ਸਾਲ ਜਿੰਨੀ ਵੀ ਉਮਰ ਹਰਦਾਸ ਨੇ ਭੋਗੀ ਬੁੱਢੇ ਹੋਣ ਤੱਕ, ਅੰਤ ਸਮੈ ਪ੍ਰਾਪਤ ਸੁਰਪੁਰ ਕੋ। ਇਹਨੇ ਮਹਾਰਾਜ ਦਾ ਹੁਕਮ ਨਹੀਂ ਛੱਡਿਆ। ਹਿੰਦੂ ਸੀ ਇਹ, ਫਿਰ ਵੀ ਵੇਖੋ ਮਹਾਰਾਜ ਦਾ ਹੁਕਮ ਨਹੀਂ ਛੱਡਿਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਨਹੀਂ ਛੱਡਿਆ, ਨਾਮ ਨਹੀਂ ਛੱਡਿਆ, ਮਹਾਰਾਜ ਦਾ ਹੁਕਮ ਮੰਨਦਾ ਰਿਹਾ। ਤੇ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ, ਅੰਤ ਸਮੇਂ ਪ੍ਰਾਪਤ ਸੁਰਪੁਰ ਕੋ, ਅੰਤਲੇ ਸਮੇਂ ਦੇਵਪੁਰੀ ਨੂੰ ਗਿਆ ਹੈ, ਸਵਰਗ ਪ੍ਰਾਪਤ ਹੋਇਆ ਜਿਹਨੇ ਗੁਰੂ ਦਾ ਹੁਕਮ ਮੰਨਿਆ। ਇਸ ਤਰ੍ਹਾਂ ਪਾਰ ਹੋ ਜਾਂਦਾ ਹੈ। ਬੋਲਿਓ ਜੇਠਾ ਚੰਦੂ ਮੰਦ। ਜਦੋਂ ਹਰਦਾਸ ਚਲ ਗਿਆ ਨਾ, ਤੇ ਭਾਈ ਜੇਠਾ ਜੀ ਜਿਹੜੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਆ, ਬਣਤਾ ਇਸ ਆਈ ਅਰਨੰਦ। ਮਹਾਰਾਜ ਚੰਦੂ ਪਾਪੀ ਦੀ ਘਰ ਵਾਲੀ ਤੇ ਉਹਦਾ ਪੁੱਤਰ ਆਇਆ ਸੀ ਮਹਾਰਾਜ ਇੱਥੇ ਚੰਦੂ ਨੂੰ ਵੇਖਣ ਵਾਸਤੇ। ਸੋ ਰਾਵਰ ਨੇ ਕਹਿ ਛੁਟਵਾਏ। ਤੇ ਸਿੱਖਾਂ ਨੇ ਫੜ ਲਏ ਸੀਗੇ, ਤੇ ਤੁਸੀਂ ਕਿਉਂ ਮਹਾਰਾਜ ਚੰਦੂ ਦੀ ਪਤਨੀ ਨੂੰ ਤੇ ਉਹਦੇ ਪੁੱਤ ਨੂੰ ਛੁਡਵਾ ਦਿੱਤਾ ਕਹਿ ਕਰਕੇ। ਚਾਹੇ ਇਹ ਦੁਸ਼ਟ ਮੂਲ ਬਿਨਸਾਏ। ਮਹਾਰਾਜ ਚਾਹੀਦਾ ਤਾਂ ਸੀ ਵੀ ਚੰਦੂ ਨੂੰ ਮੁੱਢੋਂ ਹੀ ਪੱਟ ਦਿਓ, ਚੰਦੂ ਦੀ ਕੁੱਲ ਨਾਸ਼ ਕਰ ਦਿੰਦੇ, ਘਰ ਵਾਲੀ ਵੀ ਮਾਰ ਦਿੱਤੀ ਜਾਂਦੀ ਤੇ ਪੁੱਤ ਨੂੰ ਵੀ ਫਾਹੇ ਲਾ ਦਿੱਤਾ ਜਾਂਦਾ। ਪਾਤਸ਼ਾਹ ਜੀ ਚਾਹੀਦਾ ਤੇ ਸੀ ਵੀ ਚੰਦੂ ਦੀ ਜਾੜੀ ਅੱਜ ਨਾਸ਼ ਕਰ ਦਿੰਦੇ ਆਪਾਂ। ਜਗ ਮਹਿ ਨਹਿ ਇਸ ਕੀ ਜਰ ਰਹਿ। ਇਹਦੀ ਜੜ ਨਾ ਰਹਿੰਦੀ ਸੰਸਾਰ 'ਚ। ਪਾਪੀ ਨੇ ਕਿੱਡਾ ਵੱਡਾ ਕੁਕਰਮ ਕਮਾਇਆ, ਇਹਦੀ ਘਰ ਵਾਲੀ ਪੁੱਤਰ ਮਾਰ ਦਿੱਤਾ ਜਾਂਦਾ। ਮਰਹਿ ਸਜਾਏ ਨਰਕ ਕੀ ਲਹੈ। ਤੇ ਮਰ ਕੇ ਆਪੇ ਸਜ਼ਾ ਲੈਂਦਾ ਨਰਕ ਦੀ ਸਮੇਤ ਪਰਿਵਾਰ ਦੇ। ਸੰਕਟ ਪਰਹਿ ਜੁਗਣ ਲਗ ਪਰਿਓ। ਮਹਾਰਾਜ ਜੁਗਾਂ ਤੀਕਰ ਜਿਹੜਾ ਇਹਨੇ ਪਾਪ ਕੀਤਾ, ਇਹਨੂੰ ਸੰਕਟ ਪਿਆ ਰਹਿਣਾ ਸਮੇਤ ਟੱਬਰ ਦੇ। ਅਤ ਕੋ ਕਰਮ ਪਾਪੀ ਨੇ ਕਰਿਓ। ਕਿਉਂਕਿ ਪਾਪੀ ਨੇ ਮਹਾਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਨ ਦਾ ਪਾਪ ਕੀਤਾ। ਮਹਾਰਾਜ ਦੀ ਘਰ ਵਾਲੀ ਨੂੰ ਤੇ ਇਹਦੇ ਪੁੱਤਰ ਨੂੰ ਛੱਡਣਾ ਨਹੀਂ ਸੀ ਚਾਹੀਦਾ, ਤੁਸੀਂ ਕਿਉਂ ਛਡਵਾ ਦਿੱਤਾ? ਇਹ ਭਾਈ ਜੇਠਾ ਜੀ ਨੇ
ਮਹਾਰਾਜ ਨੂੰ ਸਵਾਲ ਬੇਨਤੀ ਕੀਤੀ ਹੈ ਤਬ ਸ੍ਰੀ ਹਰਗੋਬਿੰਦ ਵੀ ਉਚਾਰਾ। ਮਹਾਰਾਜ ਇਹਨਾਂ ਦੀ ਜੜ ਕਿਉਂ ਨਾ ਪੱਟੀ, ਹੁਣ ਤਾਂ ਆਏ ਸੀ ਪੁੱਤ ਵੀ ਮਾਰ ਦੇਦਾ ਤੇ ਘਰ ਵਾਲੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ। ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਜੇਠਾ ਸੁਣਨਾ ਕਰ ਜਰਾ, ਏਦਾਂ ਨਹੀਂ ਕਰਿਆ ਕਰਦੇ। ਭਲੇ ਪੁਰਖ ਕੀ ਨਹਿ ਇਹ ਕਾਰਾ। ਇਹ ਸ਼੍ਰੇਸ਼ਟ ਭਲੇ ਪੁਰਖਾਂ ਦੀ, ਭੱਦਰ ਪੁਰਖਾਂ ਦੀ ਇੱਕ ਕਰਤੂਤ ਨਹੀਂ ਹੈ ਵੀ ਕਸੂਰ ਕੋਈ ਕਰੇ ਤੇ ਉਹਦੇ ਘਰ ਵਾਲੀ ਨੂੰ ਤੇ ਪੁੱਤਰ ਨੂੰ ਦੰਡ ਦਿੱਤਾ ਜਾਵੇ। ਜਿਹੜੇ ਭਲੇ ਪੁਰਖ ਹੈ ਨਾ, ਜਾਂ ਯੋਧਿਆਂ ਸੂਰਮਿਆਂ ਦੀ ਕਰਤੂਤ ਨਹੀਂ ਹੁੰਦੀ ਹੈ। ਕਿਆ ਦਾਰਾ ਪਰ ਕਰਨ ਪ੍ਰਹਾਰ। ਕੀ ਕਰਨਾ ਸੀ, ਘਰ ਵਾਲੀ ਇਸਤਰੀ ਜਨਾਨੀ ਮਾਈ ਮਾਰ ਕੇ ਕੀ ਕਰ ਲੈਂਦੇ, ਤੇ ਪੁੱਤਰ ਇਹਦੇ ਨੂੰ ਕਿਉਂ ਮਾਰਨਾ ਸੀ ਆਪਾਂ ਨੇ। ਛੋਰ ਦੇਤ ਹੈ ਹਿਰਦੇ ਵਿਚਾਰ। ਹਾਂ, ਸੂਰਮੇ ਇਹ ਵਿਚਾਰ ਕੇ ਵੀ ਬੇਕਸੂਰ ਹੈ, ਬੇਕਸੂਰ ਜਾਣ ਕਰਕੇ ਛੱਡ ਦਿਆ ਕਰਦੇ ਹੈ। ਜਿਹੜਾ ਹਿਰਦੇ ਵਿੱਚ ਵਿਚਾਰ ਨਾ ਕਰ ਜੇਠੇ, ਇਹ ਸੂਰਮਿਆਂ ਦੀ ਕਰਤੂਤ ਨਹੀਂ। ਮਾਈ ਤੇ ਹੱਥ ਚੁੱਕਣਾ ਤੇ ਮਾਈ ਨੂੰ ਸਜ਼ਾ ਦੇਣੀ, ਜਾਂ ਨਿਹੱਥੇ ਪੁੱਤਰ ਨੂੰ ਬੇਕਸੂਰੇ ਨੂੰ ਅਸੀਂ ਮਾਰ ਦਿੰਦੇ। ਇਸ ਕੇ ਸੁਤ ਕੋ ਪੁਨ ਹਮ ਮਾਰੈ। ਬਾਕੀ ਚਿੰਤਾ ਨਾ ਕਰ, ਅਸੀਂ ਇਹ ਵਾਅਦਾ ਕੀਤਾ ਵੀ ਚੰਦੂ ਦੀ ਜੜ ਪੱਟਣੀ ਆ, ਸਮਾਂ ਆਵੇਗਾ ਦਾ ਪੁੱਤ ਵੀ ਅਸੀਂ ਮਾਰਾਂਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਫਿਰ ਸਮਾਂ ਪੂਰਾ ਕੀਤਾ ਸੀ ਬਚਨ। ਕੁਝ ਸਮੇਂ ਬਾਅਦ ਮਹਾਰਾਜ ਕਹਿੰਦੇ ਭਾਈ ਜੇਠਾ ਜੀ, ਇਹਦਾ ਪੁੱਤਰ ਜਦੋਂ ਚੜ੍ਹ ਕੇ ਆਵੇਗਾ ਉਦੋਂ ਇਹਦਾ ਸਿਰ ਵੱਢ ਲਵਾਂਗੇ। ਰਚਹਿ ਜੁਧ ਜਬ ਸ਼ਸਤਰ ਪ੍ਰਹਾਰੈ। ਜਦੋਂ ਸ਼ਾਸਤਰ ਫੜ ਕੇ ਆਵੇਗਾ ਨਾ ਸਾਡੇ ਤੇ ਚੜ੍ਹ ਕੇ, ਹੁਣ ਨਹੀਂ ਮਾਰਨਾ ਅਸੀਂ, ਹੁਣ ਤਾਂ ਇੱਥੇ ਨਿਹੱਥਾ ਆਇਆ ਤਾਂ ਸੂਰਮਿਆਂ ਦੀ ਕਰਤੂਤ ਥੋੜ੍ਹਾ ਨਿਹੱਥੇ ਤੇ ਵਾਰ ਕਰਨਾ। ਜਦੋਂ ਚੜ੍ਹ ਕੇ ਆਵੇਗਾ ਤੇ ਇਹਦੇ ਸਮੇਤ ਅਸੀਂ ਜਿਹੜਾ ਵੈ ਇਹ ਬੜੇ ਮਾਰਾਂਗੇ। ਤੇ ਜਦੋਂ ਚੜ੍ਹ ਕੇ ਆਵੇਗਾ, ਚੜ੍ਹ ਕੇ ਆਏ ਦਾ ਸਿਰ ਵੱਢਾਂਗੇ, ਇਹਦੀ ਜੜ ਜ਼ਰੂਰ ਨਾਸ਼ ਕਰਾਂਗੇ। ਅਬ ਤਿਆਗਨ ਹੀ ਬਣਹਿ ਵਿਚਾਰੋ। ਹੁਣ ਵਿਚਾਰ ਲੈ ਭਾਈ ਜੇਠਾ, ਚੜ੍ਹ ਕੇ ਥੋੜਾ ਆਇਆ, ਹੁਣ ਤਾਂ ਦਰਸ਼ਨ ਮੇਲੇ ਕਰਨ ਆਇਆ, ਆਪਦਾ ਬਾਪ ਵੇਖਣ ਆਇਆ, ਦੁਖੀ ਹੈ। ਹੁਣ ਨਹੀਂ ਇਹਨੂੰ ਅਸੀਂ ਕੁਛ ਆਖਾਂਗੇ, ਛੱਡ ਦੇਣਾ ਹੀ ਚੰਗਾ ਹੈ। ਬਹੁਰ ਤੁਰਕ ਬ੍ਰਿੰਦਨ ਜਤ ਮਾਰੋ। ਕੋਈ ਨਹੀਂ, ਮਾਰਾਂਗੇ ਚੰਦੂ ਦੇ ਪੁੱਤ ਨੂੰ ਤੇ ਨਾਲ ਤੁਰਕੜੇ ਵੀ ਰਾੜਾਂਗੇ। ਤੋ ਸੱਚੇ ਪਾਤਸ਼ਾਹ ਦੀਆਂ ਫਿਰ ਖਾਲਸਾ ਜੀ, ਮੇਰਾ ਖਿਆਲ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਚੰਦੂ ਦਾ ਪੁੱਤ ਵੀ ਚੜ੍ਹ ਕੇ ਆਇਆ ਸੀ ਤੇ 20,000 ਮਹਾਰਾਜ ਨੇ ਨਾਲ ਤੁਰਕ ਵੀ ਲਪੇਟੇ ਸੀ, ਚੰਦੂ ਦਾ ਪੁੱਤ ਵੀ ਮਾਰ ਦਿੱਤਾ ਸੀ ਮਹਾਰਾਜ ਨੇ। ਤੋ ਹਜ਼ੂਰ ਕਹਿੰਦੇ ਸਮਾਂ ਆਵੇਗਾ ਭਾਈ ਜੇਠਾ, ਚਿੰਤਾ ਨਾ ਕਰ, ਚੰਦੂ ਦੇ ਪੁੱਤ ਦਾ ਵੀ ਸਿਰ ਵੱਢਾਂਗੇ ਤੇ ਨਾਲ ਹੋਰ ਕਈ ਪਾਪੀ ਵੀ ਮਾਰ ਮੁਕਾਵਾਂਗੇ। ਤੋ 20,000 ਖਾਲਸਾ ਜੀ ਮਹਾਰਾਜ ਨੇ ਫੌਜ ਮਾਰੀ ਸੀ ਫਿਰ ਇਹਨਾਂ ਤੁਰਕਾਂ ਦੀ, ਚੰਦੂ ਦੇ ਪੁੱਤ ਦੇ ਸਮੇਤ। ਸ੍ਰੀ ਗੁਰੂ ਕੋ ਸੁਨ ਕਰ ਪ੍ਰਸਥਾਨ। ਤੇ ਸੂਬਾ ਮਾਰਿਆ ਸੀ ਜਲੰਧਰ ਵਾਲਾ ਹਜੂਰ ਨੇ। ਤੋ ਸੱਚੇ ਪਾਤਸ਼ਾਹ ਦੇ ਬਚਨ ਸੁਣ ਕਰਕੇ ਭਾਈ ਜੇਠਾ ਜੀ ਵਰਗਿਆਂ ਨੇ ਪੁਰ ਸੰਗਤ ਦਰਸ ਹੈ ਗਨ ਆਨ। ਤੇ ਬਾਕੀ ਜਾਣ ਲਿਆ ਵੀ ਮਹਾਰਾਜ ਸੱਚ ਕਹਿੰਦੇ ਆ, ਵੀ ਨਿਹੱਕੇ ਨੂੰ ਕਾਹਦੀ ਸਜ਼ਾ। ਇਹਨੇ ਨੂੰ ਜਦੋਂ ਸੰਗਤ ਦਿੱਲੀ ਦੀ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਚਾਲਾ ਪਾ ਰਹੇ ਇੱਥੋਂ, ਤੇ ਸਾਰੀ ਸੰਗਤ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀ ਹੈ। ਅਨੇਕ ਉਪਾਇਨ ਧਰ ਧਰ ਬੰਦ ਹੈ। ਮਹਾਰਾਜ ਦੇ ਚਰਨੀ ਨਮਸਕਾਰ ਮੱਥੇ ਟੇਕੇ ਜਾ ਰਹੇ ਹੈ। ਬੜੇ ਤਰ੍ਹਾਂ ਦੀਆਂ ਭੇਟਾਵਾਂ ਭੇਟ ਕੀਤੀਆਂ ਜਾਂਦੀਆਂ। ਪਾਏ ਮਨੋਰਥ ਹੋਤ ਆਨੰਦ ਹੈ। ਸਿੱਖ ਅਰਦਾਸਾਂ ਕਰਦੇ ਆ ਮਹਾਰਾਜ ਦੇ ਚਰਨੀ ਭੇਟ ਰੱਖ ਕੇ, ਮਨ ਦੀਆਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦਾਤਾਂ ਲੈ ਲੈ ਕੇ ਮੁੜ ਰਹੇ, ਆਨੰਦ ਪ੍ਰਾਪਤ ਹੋ ਰਹੇ ਆ। ਸਭਹਿਨ ਕੋ ਦੀਨੋ ਉਪਦੇਸ਼। ਮਹਾਰਾਜ ਸਾਰੀ ਦਿੱਲੀ ਦੀ ਸੰਗਤ ਨੂੰ ਇਹ ਉਪਦੇਸ਼ ਦੇ ਰਹੇ ਵੈ। ਸਤ ਨਾਮ ਕੋ ਭਜਹੁ ਹਮੇਸ਼। ਕਿ ਸਾਧ ਸੰਗਤ ਜੀ ਹਮੇਸ਼ਾ ਵਾਹਿਗੁਰੂ 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 ਦਾ ਸਿਮਰਨ ਕਰਨਾ ਹੈ, ਕਦੇ ਛੱਡਣਾ ਨਹੀਂ ਹੈ। ਗੁਰ ਕੋ ਸੇਵਹੁ ਜਨਮ ਸੁਧਾਰੋ। ਗੁਰੂ ਨਾਨਕ ਪਾਤਸ਼ਾਹ ਗੁਰੂ ਬਾਣੀ ਪੜ੍ਹ ਸੁਣ ਕੇ ਸੇਵਾ ਕਰਕੇ ਸਿੱਖਾਂ ਸੰਗਤਾਂ ਦੀ ਤੇ ਆਪਣਾ ਜਨਮ ਸਫਲਾ ਕਰਨਾ ਚਾਹੀਏ। ਗੁਰਮੁਖ ਬਣਹੁ ਅੰਤ ਨਹਿ ਹਾਰੋ। ਤੇ ਮਨਮੁਖ ਨਹੀਂ ਬਣਨਾ, ਗੁਰਮੁਖ ਬਣੋਗੇ, ਗੁਰੂ ਕੇ ਬਣੋਗੇ, ਬਾਣੀ ਪੜੋਗੇ ਤੇ ਅੰਤਲੇ ਸਮੇਂ ਸੰਸਾਰ ਤੋਂ ਬਾਜੀ ਹਾਰ ਕੇ ਨਹੀਂ ਜਾਓਗੇ, ਜਿੱਤ ਕੇ ਜਾਓਗੇ। ਗੁਰਮੁਖ ਲਾਹਾ ਲੈ ਗਏ। ਦਿਵਥ ਦੁਆਦਸ਼ੀ ਤਿਥੀ ਬਤਾਈ। ਉਹ ਇਸ ਤਰ੍ਹਾਂ ਖਾਲਸਾ ਜੀ ਗੁਰੂ ਸਾਹਿਬ ਦੀਆਂ 2 ਦਿਨ ਇੱਥੇ ਬਤੀਤ ਕਰ ਦਿੱਤੇ, ਕਿਉਂਕਿ ਮੰਗਲਵਾਰ ਸੀ ਮਹਾਰਾਜ ਜਿੱਦੇ ਇਹ ਦਿਨ ਦੀ ਗੱਲ ਕਰ ਰਹੇ ਹੈ। ਸੰਗਤਾਂ ਨੂੰ ਤਾਰਦੇ ਹੋਏ ਮਹਾਰਾਜ ਜੀਆਂ ਮੰਗਲ ਬੁੱਧ 2 ਦਿਨ ਹੋਰ ਬਤੀਤ ਕਰ ਦਿੱਤੇ ਹੈ। ਤ੍ਰੋਦਸ਼ਮੀ ਮਹਿ ਕੀਲ ਚੜਾਈ। ਤੇ ਜਦੋਂ ਤ੍ਰੋਦਸ਼ਮੀ 13 ਥਿਤ ਸੀਗੀ ਤੇ ਸੱਚੇ ਪਾਤਸ਼ਾਹ ਦੀਆਂ ਵਾਰ ਵਾਲੇ ਦਿਨ ਇੱਥੋਂ ਚੜ੍ਹਾਈ ਕਰ ਦਿੱਤੀ ਹੈ। ਅਨੇਕ ਧੁਨੀ ਧੌਂਸਾ ਤੂੰ ਘਾਰਾ। ਤੇ ਬੜੀਆਂ ਧੁਨੀਆਂ ਭਾਵ 4 ਚਫੇਰੇ ਜੈ ਜੈਕਾਰ ਘੋੜੇ ਕੱਸ ਲਏ ਆ ਸਿੱਖਾਂ ਸੂਰਮਿਆਂ ਨੇ। ਧੌਂਸੇ ਖੜਕ ਗਏ, ਚਾਲੇ ਦੇ ਹੁਕਮ ਹੋ ਗਏ ਹਨ। ਤਤਛਿਨ ਦਲ ਤਿਆਰ ਹਵੈ ਸਾਰਾ। ਜਦੋਂ ਮਹਾਰਾਜ ਦੇ ਹੁਕਮ ਅਨੁਸਾਰ ਨਗਾਰੇ ਵੱਜੇ
ਸਿੱਖਾਂ ਖੜਕਾ ਦਿੱਤੇ। ਚਾਲੇ ਦਾ ਨਗਾਰਾ ਵੱਜਣ ਤੇ ਬੇਅੰਤ ਸਿੱਖ ਸੂਰਮੇ ਜਿੰਨਾ ਮਹਾਰਾਜ ਦਾ ਦਲ ਸੀ ਸਾਰਾ ਤਿਆਰ ਬਰ ਤਿਆਰ ਹੋ ਗਿਆ। ਘੋੜੇ ਕਸ ਲਏ ਗਏ ਹੈ, ਨਿਸ਼ਾਨ ਤਿਆਰ ਬਰ ਤਿਆਰ ਕੀਤੇ ਹੈ, ਪੂਰੇ ਤੰਬੂ ਸਮੇਟਣੇ ਸ਼ੁਰੂ ਕਰ ਦਿੱਤੇ, ਰਸਤਾਂ ਬਸਤਾਂ ਸਾਂਭ ਲਈਆਂ। ਸਾਰੇ ਸਿੱਖ ਸੂਰਮਿਆਂ ਨੇ ਆਪਣੇ ਗੱਡੇ ਭਰ ਲਏ, ਕੁਝ ਘੋੜੇ ਤਿਆਰ ਬਰ ਤਿਆਰ ਕਰ ਲਏ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਕਾਠੀਆਂ ਚਾੜ੍ਹ ਲਈਆਂ। ਇੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੰਮ੍ਰਿਤਸਰ ਸਾਹਿਬ ਜਿਵੇਂ ਗਏ, ਬਾਦਸ਼ਾਹ ਮਹਾਰਾਜ ਦੇ ਦਰਸ਼ਨ ਕਰਦਾ ਹੋਇਆ ਬੇਅੰਤ ਖੁਸ਼ੀਆਂ ਲੈਂਦਾ ਮਹਾਰਾਜ ਦੀਆਂ ਜਾਂਦਾ ਹੈ। ਉਹ ਪ੍ਰਸੰਗ ਜਿਹੜਾ ਆਪਾਂ ਅੱਗੇ ਵਿਚਾਰ ਪੜ੍ਹ ਲਵਾਂਗੇ। ਇੱਥੇ ਸਮਾਪਤੀ ਹੈ। ਜਿਵੇਂ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਜਾਣ ਦੀ ਖੁਸ਼ੀ ਦੀਪਮਾਲਾ ਕਰਦੀ ਸਿੱਖ ਸੰਗਤ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਬੇਅੰਤ ਖੁਸ਼ੀਆਂ ਪ੍ਰਸੰਨ ਹੋ ਰਹੀ ਹੈ। ਸੰਗਤਾਂ ਗਲੀ ਗਲੀ ਦੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਆਉਣ ਦਾ ਚਾਅ ਚੜ੍ਹ ਰਿਹਾ ਹੈ। ਚੰਦੂ ਦਾ ਜਿਵੇਂ ਸੋਧਾ ਲੱਗ ਰਿਹਾ ਉਹ ਸਾਰਾ ਪ੍ਰਸੰਗ ਅੱਗੇ ਸੁਣਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਅਧਿਕ ਧੁਨੀ ਧੌਂਸਾ ਤੁੰਕਾਰਾ, ਤਤ ਛਿਨ ਦਲ ਤਿਆਰ ਹੋਇ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।